ਨਸ਼ੇ ਤੋਂ ਲੈ ਕੇ ਸਮਝ ਲਓ ਕਿ ਜਿਹੜਾ ਆਪਾਂ ਜਮਾਂ ਲੋ ਲੈਵਲ ਦਾ ਨਸ਼ਾ ਕਹਿ ਲੈਂਦੇ ਹਾਂ 5 ਰੁਪਏ ਵਾਲੇ ਨਸ਼ੇ ਤੋਂ ਲੈ ਕੇ ਮਤਲਬ ਕਿ ਪੂਰਾ 10-20 ਹਜ਼ਾਰ ਰੁਪਏ ਦੇ ਲੱਖਾਂ ਦੇ ਚਿੱਟੇ ਤੱਕ ਉੱਥੇ ਤੱਕ ਬਈ ਟੋਟਲੀ ਨਸ਼ੇ ਕੀਤੇ। ਤਿੰਨ ਚਾਰ ਸਪਰੇਹਾਂ ਮਲਾਈਆਂ, ਇਹ ਵੀ ਨਹੀਂ ਸੀਗਾ ਵੀ ਮੈਂ ਇੱਕ ਸਪਰੇ ਵੀ ਪੀ ਲਈ ਤੇ ਮੈਂ 3-4 ਇੱਕ ਢੱਕਣ 'ਚ ਸਪਰੇਹਾਂ ਮਲਾਈਆਂ ਵੀ ਮੈਂ ਬਸ ਜ਼ਿੰਦਗੀ ਆਪਣੀ ਖਤਮ ਹੀ ਕਰ ਲਈ। ਬਾਈ ਪਿੰਡ ਵੱਲੋਂ ਤਾਂ ਬਾਈ ਮੈਨੂੰ ਪਹਿਲੇ ਦਿਨ ਤੋਂ ਥੋੜੀ ਜਿਹੀ ਘੱਟ ਸਪੋਰਟ ਰਹੀ ਹੈਗੀ। ਬਹੁਤ ਵਧੀਆ ਗੱਲ ਜਿਵੇਂ ਸਾਡੀ ਬਾਂਹ ਫੜੀ ਹੈ ਮਹਾਰਾਜ ਨੇ, ਪਰ ਕਹਿੰਦੇ ਕੁੱਲ ਦੀ ਫੜੇ, ਸਾਡਾ ਬੱਚਾ ਇੱਥੇ ਪਹੁੰਚ ਗਿਆ। ਪੂਰਾ ਮਨ ਖੁਸ਼ ਹੁੰਦਾ। ਲੋਕ ਬਹੁਤ ਕੁਝ ਕਹਿੰਦੇ ਸੀ ਵੀ ਇਸ ਤਰ੍ਹਾਂ ਦਾ ਮਤਲਬ ਬੱਚਾ ਨਸ਼ਾ ਕਰਦਾ ਜਾਂ ਆਹ ਕਰਦਾ, ਤੇ ਮਨ ਤੇ ਅਸੀਂ ਗੱਲ ਆਈ ਨਹੀਂ ਸੀਗੀ। ਜ਼ਿੰਦਗੀ ਜਿਉਣ ਦੇ ਤਰੀਕੇ ਬੜੇ ਨੇ, ਇੱਕੋ ਜ਼ਿੱਦ ਪਿੱਛੇ ਨਹੀਂ ਹੋ ਮਰ ਜਾਈਦਾ। ਇਹ ਗੱਲ ਮੈਂ ਤਾਂ ਕਹੀ ਹੈ ਕਿਉਂਕਿ ਜਿਹੜੀ ਅੱਜ ਦੀ ਇਹ ਇੱਕ ਇੰਟਰਵਿਊ ਕਹਿ ਲਓ ਜਾਂ ਜੋ ਮਰਜ਼ੀ ਕਹਿ ਲਓ, ਇਹ ਜਿਹੜੀ ਚੀਜ਼ ਤੁਹਾਨੂੰ ਮੈਂ ਦਿਖਾਉਣ ਜਾ ਰਿਹਾ ਤੁਹਾਡੇ ਲਈ ਬਹੁਤ ਜ਼ਿਆਦਾ ਤੁਹਾਨੂੰ ਮੋਟੀਵੇਟ ਕਰੇਗੀ। ਔਰ ਸੱਚ ਜਾਣਿਓ, ਜੇਕਰ ਤੁਸੀਂ ਧਿਆਨ ਰੱਖੋ ਆਪ ਦਾ ਜਾਂ ਥੋੜ੍ਹਾ ਜਿਹਾ ਵੀ ਆਪਣੀ ਲਾਈਫ 'ਤੇ ਫੋਕਸ ਕਰ ਲਓ, ਤੁਸੀਂ ਕਿਸ ਮਰਜ਼ੀ ਹਾਲਾਤ ਦੇ ਵਿੱਚ ਹੋ, ਚਾਹੇ ਤੁਸੀਂ ਬਹੁਤ ਜ਼ਿਆਦਾ ਗਰੀਬੀ ਦੇ ਵਿੱਚੋਂ ਜਾਂ ਇਸ ਤਰ੍ਹਾਂ ਦੇ ਹਾਲਾਤ ਨੇ ਕਿ ਤੁਸੀਂ ਆਪਣਾ ਜੋ ਕੁਝ ਕਰਨਾ ਚਾਹੁੰਦੇ ਸੀ ਉਹ ਨਹੀਂ ਕਰ ਪਾ ਰਹੇ, ਜਾਂ ਤੁਸੀਂ ਨਸ਼ੇ ਦੀ ਦਲਦਲ ਦੇ ਵਿੱਚ ਫਸੇ ਹੋਏ ਹੋ, ਤਾਂ ਤੁਸੀਂ ਹਰ ਉਹ ਚੀਜ਼ ਕਰ ਸਕਦੇ ਹੋ ਜੋ ਤੁਸੀਂ ਡਿਜ਼ਾਇਰ ਕਰਦੇ ਹੋ, ਜੋ ਤੁਸੀਂ ਚਾਹੁੰਦੇ ਸੀ। ਮੈਂ ਅੱਜ ਬਰਨਾਲੇ ਦੇ ਵਿੱਚ ਮੌਜੂਦ ਹਾਂ ਤੇ ਮੇਰੇ ਨਾਲ ਬਾਈ ਸੁਖ ਜੌਹਲ ਮੌਜੂਦ ਰਹੇਗਾ। ਬਾਈ ਦੀ ਕਹਾਣੀ ਬਹੁਤ ਜ਼ਿਆਦਾ ਬਿਲਕੁਲ ਫਿਲਮੀ ਕਹਾਣੀ ਹੈ ਤੇ ਬਾਈ ਦੀ ਜਿਹੜੀ ਪਰਫਾਰਮੈਂਸ ਹੈ ਤਾਂ ਉਹ ਮੈਨੂੰ ਲੱਗਦਾ ਕਿ ਜਿਹੜੇ ਫਿਲਮਾਂ ਦੇ ਵਿੱਚ ਹੀਰੋ ਵੀ ਨੇ ਉਹ ਵੀ ਨਹੀਂ ਕਰ ਸਕਦੇ, ਤਾਂ ਬਾਈ ਜਿਹੜੀਆਂ ਚੀਜ਼ਾਂ ਕਰ ਲੈਂਦਾ ਤਾਂ ਤੁਹਾਨੂੰ ਦਿਖਾਵਾਂਗੇ। ਥੋੜ੍ਹਾ ਜਿਹਾ ਦੇਖੋ, ਗੱਲਬਾਤ ਵੀ ਕਰਾਂਗੇ, ਦੱਸਾਂਗੇ ਕਹਾਣੀ ਕੀ ਹੈ। ਸੁਖ ਜੌਹਲ ਹੈ ਬਾਈ ਮੇਰੇ ਨਾਲ, ਤੇ ਬਾਈ ਦੀ ਜਿਹੜੀ ਕਹਾਣੀ ਹੈ ਬਿਲਕੁਲ ਇੱਕ ਫਿਲਮੀ ਕਹਾਣੀ ਹੈ। ਪਰ ਮੈਂ ਜਿਵੇਂ ਪਹਿਲਾਂ ਕਹਿ ਕੇ ਹਟਿਆ, ਫਿਲਮਾਂ ਦੇ ਹੀਰੋ ਵੀ ਜਿਹੜੀਆਂ ਚੀਜ਼ਾਂ ਨਹੀਂ ਕਰ ਸਕਦੇ, ਬੋਡੀ ਡਬਲ ਕਰਦੇ ਨੇ, ਤਾਂ ਬਾਈ ਉਹ ਚੀਜ਼ਾਂ ਆਪ ਕਰ ਲੈਂਦਾ। ਬਾਈ ਆ ਜੀ ਸਾਡੇ ਨਾਲ ਸੁਖ ਜੌਹਲ, ਤਾਂ ਤੁਸੀਂ ਬਾਈ ਦੀ ਕਹਾਣੀ ਜਿਹੜੀ ਸੁਣੋਗੇ ਤਾਂ ਹੈਰਾਨ ਹੋ ਜਾਓਗੇ। ਬਾਈ ਦੀ ਕਹਾਣੀ ਹੈ ਇੱਕ ਬਾਈ ਜੀ ਉਹ ਵੀ ਇੱਕ ਫਲਿੱਪ ਵੀ ਦਿਖਾ ਦਿਓ ਜਿਹੜੀ ਤੁਹਾਡੀ ਆ। ਫਿਰ ਆ ਜੀ ਬਾਈ ਸੁਖ ਜੌਹਲ। ਸੁਖ ਸਵਾਗਤ ਹੈ ਡੇਲੀ ਪੋਸਟ। ਧੰਨਵਾਦ ਜੀ ਪਹਿਲਾਂ ਤੁਹਾਡਾ ਬਹੁਤ ਬਹੁਤ ਜੀ। ਸੁਖ ਪੂਰਾ ਵਾਇਰਲ ਆ ਹੈ ਨਾ, ਸੁਖ ਇੰਸਟਾ ਤੇ ਵੀ ਵਾਇਰਲ ਆ, ਸੁਖ ਫੇਸਬੁੱਕ ਤੇ ਵੀ ਆ, ਇੰਟਰਨੈਟ ਸੈਂਸੇਸ਼ਨ ਬਣੀ ਹੋਈ ਆ। ਤੇ ਆ ਇੱਕ ਅੱਛਾ ਪਹਿਲਾਂ ਇਹ ਵੀ ਦਿਖਾ ਦਈਏ, ਇਹ ਬਾਈ ਸੁਖ ਇਹਦੇ ਬਾਰੇ ਦੱਸ ਪਹਿਲਾਂ, ਆ ਤਿਆਰੀ ਕੀ ਕੀਤੀ ਹੋਈ ਹੈ? ਤਿਆਰੀ ਬਾਈ ਆਪਣਾ ਗਰਾਊਂਡ ਬਣਾਇਆ ਹੋਇਆ ਹੈਗਾ ਇੱਥੇ ਤੇ ਬਟ ਪਹਿਲਾਂ ਮੈਂ ਘਰੇ ਕਰਦਾ ਸੀਗਾ ਤੇ ਘਰੋਂ ਇਹ ਚੀਜ਼ਾਂ ਮੈਨੂੰ ਘਰ ਦੇ ਥੋੜਾ ਡਰਦੇ ਸੀਗੇ ਵੀ ਸੱਟ ਵੱਜੂ ਜਾਂ ਐਵੇਂ ਜੇ ਉਹ, ਇਸ ਕਰਕੇ ਤਾਂ ਬਾਈ ਆਪਾਂ ਇੱਥੇ ਗਰਾਊਂਡ ਤਿਆਰ ਕਰ ਲਿਆ ਇੱਥੇ। ਠੀਕ ਹੈ, ਹਾਂਜੀ। ਤੇ ਇੱਥੇ ਆਪਾਂ ਵਰਕਆਊਟ ਕਰੀਦਾ ਬਾਈ ਸੁਬਾਹ ਸ਼ਾਮ, ਤੇ ਪ੍ਰੈਕਟਿਸ ਕਰੀਆਂ, ਫਲਿੱਪਾਂ ਸਿੱਖੀ ਦੀਆਂ ਨੇ, ਨਵੇਂ ਤਰ੍ਹਾਂ ਦੇ ਪੁਸ਼ਅਪਸ ਹੋ ਗਏ, ਸਕਿੱਲਸ ਹੋ ਗਈਆਂ, ਹਿਊਮਨ ਫਲੈਗ, ਜੇ ਇਹ ਚੀਜ਼ਾਂ ਦੀ ਟ੍ਰੇਨਿੰਗ ਕਰਦੇ ਜਿਹੜੇ ਅਸੀਂ ਆਮ ਤੌਰ ਤੇ ਗੋਰੇ ਦੇਖਦੇ ਹਾਂ ਨਾ ਵੀਡੀਓ, ਕਈ ਵਾਰੀ ਆਪਾਂ ਇੰਸਟਾ ਦੇ ਉੱਤੇ ਲੋਕਾਂ ਨੇ ਵੀ ਦੇਖੀ ਹੋਊਗੀ, ਦਰਸ਼ਕਾਂ ਨੇ ਵੀ, ਉਹ ਅੱਗੇ ਕਰੀ ਤਾਂ ਇਦਾਂ ਹੀ ਚੀਜ਼ਾਂ ਆ ਜਾਂਦੀਆਂ ਨੇ, ਆਪਾਂ ਅੱਗੇ ਹੀ ਕਰ ਦਿੰਦੇ। ਆਪਣੇ ਤਾਂ ਇੱਥੇ ਉਹ ਆਪਾਂ ਕਹਿੰਦੇ ਯਾਰ ਆਹ ਚੀਜ਼ਾਂ ਹੁੰਦੀਆਂ ਨਹੀਂ ਹੈ ਨਾ ਤਾਂ ਕਦੇ ਸਿੱਖਣ ਨੂੰ ਮਿਲਦੀਆਂ ਨੇ ਜਿਹੜੀਆਂ ਚੀਜ਼ਾਂ ਤੁਸੀਂ ਜਿਹੜੀਆਂ ਮੂਵਸ ਦਿਖਾਈਆਂ ਨੇ। ਹਾਂਜੀ ਇਹ ਬਾਈ ਬਟ ਆਪਣੇ ਪੰਜਾਬ 'ਚ ਤਾਂ ਬਈ ਇਹ ਕਿਤੇ ਵੀ ਹੈ ਨਹੀਂ ਇਹ ਚੀਜ਼। ਆਪਣੇ ਤਾਂ ਇਹ ਚੀਜ਼ ਨੂੰ ਕਰਤੱਵ ਕਹਿ ਦਿੰਦੇ ਆ, ਜਾਂ ਇਸ ਚੀਜ਼ ਦਾ ਨਾਮ ਦਿੱਤਾ ਜਾਂਦਾ ਹੈਗਾ ਵੀ ਕਰਤੱਵ ਕਰਦਾ ਜਾਂ ਮੁੰਡਾ ਸਟੰਟ ਕਰਦਾ ਹੈਗਾ। ਬਟ ਅਸਲ 'ਚ ਇਹ ਮਤਲਬ ਕਿ ਫੋਰਨ ਕੰਟਰੀਆਂ 'ਚ ਇਹ ਚੀਜ਼ ਨੂੰ ਜ਼ਿਆਦਾ ਉਧਰ ਵੈਲਿਊ ਇਹ ਚੀਜ਼ ਦੀ, ਤੇ ਉਹ ਚੀਜ਼ ਮੈਂ ਸੋਚਦਾ ਹੁੰਦਾ ਵੀ ਚਲੋ ਯਾਰ ਕੁਝ ਕਰਨੀ ਆ ਤਾਂ ਵੱਖਰਾ ਹੀ ਕਰੀਏ, ਜਿਹੜਾ ਕਿ ਆਪਣੇ ਇੱਧਰ ਨਹੀਂ। ਆਪਣੇ ਇੱਧਰ ਮੁੰਡੇ ਕੀ ਕਰਦੇ ਆ ਬਾਈ ਜ਼ਿਆਦਾਤਰ ਹੈ ਨਾ, ਬਸ ਇੰਨੀ ਕੀ ਸੋਚ ਹੁੰਦੀ ਆ ਵੀ ਆਪਾਂ ਜਿੰਮ ਲਾਈਏ, ਡੋਲੇ ਬਣਾਈਏ ਹੈ ਨਾ ਵਧੀਆ। ਤੇ ਬਟ ਮੈਨੂੰ ਐਵੇਂ ਸੀਗਾ ਵੀ ਮੈਂ ਕੁਛ ਨਵੀਂ ਚੀਜ਼ ਲੈ ਕੇ ਆਵਾਂ ਵੀ ਜਿਹੜੀ ਚੀਜ਼ ਨਾਲ ਸਾਰਾ ਮੈਨੂੰ ਪੰਜਾਬ ਜਾਣੇ ਵੀ ਇਹ ਮੁੰਡੇ ਨੇ ਕੁਛ ਵੱਖਰਾ ਕੀਤਾ ਹੈਗਾ। ਅੱਛਾ ਬਾਈ ਇੱਕ ਚੀਜ਼ ਆ, ਤੁਸੀਂ ਆਹ ਚੀਜ਼ਾਂ ਵੈਸੇ ਵੀ ਕਰਦੇ ਹੁੰਦੇ ਤਾਂ ਮੈਨੂੰ ਲੱਗਦਾ ਕਿ
ਕਾਬਿਲੇ ਤਾਰੀਫ ਸੀਗਾ ਕਿਉਂਕਿ ਇਹ ਵੱਖਰੀਆਂ ਚੀਜ਼ਾਂ ਨੇ। ਪਰ ਤੁਸੀਂ ਜਿਨ੍ਹਾਂ ਹਾਲਾਤਾਂ ਚੋਂ ਨਿਕਲ ਕੇ, ਵੱਡੀ ਚੀਜ਼ ਉਹ ਆ, ਇਹ ਚੀਜ਼ਾਂ ਮੈਨੂੰ ਲੱਗਦਾ ਕਿ ਸ਼ਾਇਦ ਕੋਈ ਵੀ ਪੈਸੇ ਲਾ ਕੇ ਜਾਂ ਮਿਹਨਤ ਲਾ ਕੇ ਹੈ ਨਾ ਸਿੱਖ ਲਵੇ, ਪਰ ਜਿਹੜੀ ਚੀਜ਼ ਤੋਂ ਤੁਸੀਂ ਨਿਕਲ ਕੇ ਇੱਥੇ ਤੱਕ ਪਹੁੰਚੇ ਹੋ ਤਾਂ ਉਹ ਵੱਡੀ ਚੀਜ਼ ਆ। ਇੱਕ ਪਰਫਾਰਮੈਂਸ ਵੀ ਤੁਹਾਡੀ ਦੇਖਾਂਗੇ। ਬਾਈ ਥੋੜਾ ਜਿਹਾ ਇੱਕ ਚੀਜ਼ ਮੈਨੂੰ ਦੱਸ ਦੇ। ਅਸੀਂ ਪਹਿਲਾਂ ਥੋੜਾ ਦੱਸੀਏ, ਬਾਈ ਦੇ ਨਾਲ ਬੈਠੇ ਸੀ, ਬਾਈ ਕਹਿੰਦਾ ਘਰਦਿਆਂ ਸਾਹਮਣੇ ਇੰਨੀ ਮੇਰੇ ਕੋਲ ਖੁੱਲ੍ਹ ਕੇ ਗੱਲਾਂ ਨਹੀਂ ਹੋਣੀਆਂ ਤਾਂ ਮੈਂ ਇੱਥੇ ਲਿਆਇਆ। ਬਾਈ ਹਰ ਤਰ੍ਹਾਂ ਦਾ ਨਸ਼ਾ ਕੀਤਾ ਹੈ ਨਾ, ਜੋ ਚੀਜ਼ਾਂ ਚੱਲਦੀਆਂ ਨੇ, ਚਿੱਟਾ ਚੱਲਦਾ ਹੈ ਨਾ, ਜਿਹੜੀਆਂ ਵੀ ਚੀਜ਼ਾਂ ਹੁੰਦੀਆਂ ਨੇ। ਬਾਈ ਛੋਟੇ ਨਸ਼ੇ ਤੋਂ ਲੈ ਕੇ ਸਮਝ ਲਓ ਕਿ ਜਿਹੜਾ ਆਪਾਂ ਜਮਾਂ ਲੋ ਲੈਵਲ ਦਾ ਨਸ਼ਾ ਕਹਿ ਲੈਂਦੇ ਹਾਂ, 5 ਰੁਪਏ ਵਾਲੇ ਨਸ਼ੇ ਤੋਂ ਲੈ ਕੇ ਮਤਲਬ ਕਿ ਪੂਰਾ 10-20 ਹਜ਼ਾਰ ਰੁਪਏ ਦੇ ਲੱਖਾਂ ਦੇ ਚਿੱਟੇ ਤੱਕ, ਉੱਥੇ ਤੱਕ ਬਾਈ ਟੋਟਲੀ ਨਸ਼ੇ ਕੀਤੇ ਆ ਮੈਂ। ਵੀ ਕੋਈ ਨਸ਼ਾ ਇਹੋ ਜਿਹਾ ਨਹੀਂ ਹੈਗਾ ਵੀ ਜਿਹੜਾ ਮੈਂ ਨਾ ਕੀਤਾ ਹੋਵੇ ਆਪਣੀ ਬੋਡੀ ਤੇ ਟਰਾਈ। ਇਹ ਨਹੀਂ ਹੈਗਾ ਵੀ ਥੋੜਾ ਟਾਈਮ 1 ਸਾਲ ਤੱਕ ਤਾਂ ਪੂਰਾ ਡਰੱਗਸ ਲੈਤਾ ਗਾ ਬਾਈ, ਹਨਾ, ਤੇ ਇੰਜੈਕਸ਼ਨ ਹੋ ਜਾਂਦੇ ਜਿਹੜੇ ਆਪਾਂ ਜਿਹਨਾਂ ਨੂੰ ਕਹਿ ਦਿੰਦੇ ਆਗੇ, ਤੇ 1 ਸਾਲ ਤੱਕ ਉਹ ਚੱਲਿਆ। ਮੁੜ ਕੇ ਫਿਰ ਜਿਵੇਂ ਆਪਾਂ ਨੋਰਮਲ ਨਸ਼ੇ ਕਹਿ ਦਿੰਦੇ ਆ, ਦਾਰੂ ਹੋ ਗਈ, ਗਾਂਜਾ, ਭੁੱਕੀ, ਫੀਮ, ਡੋਡੇ, ਸੀਸੀਆਂ, ਕੈਰੀਆਂ, ਜੇ ਇਹ ਚੀਜ਼ਾਂ ਬਾਈ ਚੱਲੀ ਗਈਆਂ ਤੇ ਇਹ ਵਧੀਆ ਬਾਈ ਬਸ। ਅੱਛਾ ਬਾਈ ਥੋੜੀ ਜੀ ਚੀਜ਼ ਆ, ਕਿਸੇ ਮਸਲੇ ਦੇ ਵਿੱਚ ਆ ਕੇ ਜ਼ਿੰਦਗੀ ਤੋਂ ਇੰਨਾ ਤੁਸੀਂ ਜਿਵੇਂ ਗੱਲ ਕੀਤੀ ਹਾਰ ਗਏ ਕਿ ਸਲਫਾਸ ਤੱਕ ਪੀਲੀ ਸੀਗੀ। ਹਾਂਜੀ ਹਾਂ ਬਾਈ, ਉਹ ਬਾਈ ਬਸ ਘਰੇ ਪ੍ਰੋਬਲਮ ਹੋ ਗਈ ਥੋੜੀ, ਘਰ ਦੇ ਨਾਲ ਲੜਾਈ ਹੋ ਗਈ ਵੀ ਐਸੇ ਗੱਲਾਂ ਕਰਕੇ, ਕਿਉਂਕਿ ਦੁਖੀ ਕਰਦੇ ਸੀ ਬਾਈ, ਹਨਾ, ਵੀ ਮੈਨੂੰ ਨਸ਼ੇ ਲਈ ਰੁਪਈਏ ਚਾਹੀਦੇ। ਤੁਹਾਨੂੰ ਪਤਾ ਹੀ ਹਨਾ ਵੀ ਡੇਲੀ ਤਾਂ ਆਪਾਂ ਨੂੰ ਨਹੀਂ ਰੁਪਈਏ ਮਿਲ ਸਕਦੇ, ਪਹਿਲਾਂ ਤਾਂ ਆਪਾਂ ਨੂੰ ਮਿਲਦੇ ਹੁੰਦੇ ਆ ਵਧੀਆ, ਹਨਾ, ਹੌਲੀ ਹੌਲੀ ਘਰਦਿਆਂ ਨੂੰ ਪਤਾ ਲੱਗਣ ਲੱਗ ਜਾਂਦਾ ਵੀ ਸਾਡਾ ਮੁੰਡਾ ਗਲਤ ਰਾਹ ਤੇ ਪੈ ਗਿਆ, ਤਾਂ ਬੰਦ ਕਰ ਦਿੰਦੇ ਹਨਾ ਰੁਪਈਏ ਦੇਣੇ। ਉਦੋਂ ਕੀ ਆ ਗਿਆ ਸੀ, ਬਸ ਘਰੇ ਪ੍ਰੋਬਲਮ ਚੱਲਣ ਲੱਗ ਗਈ, ਲੜਾਈ ਹੋਣ ਲੱਗ ਗਈ, ਤੇ ਮੈਂ ਇੱਥੇ ਬਸ ਆਹੀ ਬਾਈ ਆਪਣੇ ਇੱਥੇ ਖੇਤ ਆਇਆ ਤੇ ਸਲਫਾਸ ਮੈਂ 3-4 ਸਪਰੇਹਾਂ ਮਲਾਈਆਂ। ਇਹ ਵੀ ਨਹੀਂ ਸੀਗਾ ਵੀ ਮੈਂ ਇੱਕ ਸਪਰੇਅ ਵੀ ਪੀ ਲਈ, ਤੇ ਮੈਂ 3-4 ਇੱਕ ਢੱਕਣ 'ਚ ਸਪਰੇਹਾਂ ਮਲਾਈਆਂ ਵੀ ਮੈਂ ਬਸ ਜ਼ਿੰਦਗੀ ਆਪਦੀ ਖਤਮ ਹੀ ਕਰਨੀ ਆ। ਤੇ ਉਹ ਬਾਈ ਮੈਂ ਪੀ ਗਿਆ ਸੀਗਾ, ਤੇ ਉਦੋਂ ਬਾਅਦ 'ਚ ਹੌਸਪੀਟਲ ਰਹੇ ਹਫ਼ਤਾ। ਉਦੋਂ ਬਾਅਦ 'ਚ ਫਿਰ ਬਾਈ ਉਹ ਨਸ਼ੇ ਦੀ ਤਾਂ ਤੋੜ ਨਸ਼ੇ ਦੀ ਵੀ ਹੁੰਦੀ ਆ, ਉੱਥੇ ਵੀ ਬਸ ਆਉਣ ਸਾਰ ਫਿਰ ਉਹੀ ਕੰਮ ਚੱਲ ਪਿਆ ਨਸ਼ੇ ਦੀ। ਹਾਂਜੀ ਬਿਲਕੁਲ। ਤੁਸੀਂ ਇਹ ਦੇਖੋ, ਇਹ ਬਾਈ ਦਾ ਇੱਕ ਬਹੁਤ ਵੱਡੀ, ਮੈਨੂੰ ਲੱਗਦਾ ਕਿ ਬਾਈ ਇਹ ਜੰਗ ਲੜੀ ਆ, ਬਹੁਤ ਵੱਡੀ ਜੰਗ ਆ। ਜਿਵੇਂ ਆਪਣੇ ਆਪ ਨਾਲ ਜਿਹੜੀ ਜੰਗ ਹੁੰਦੀ ਆ ਉਹ ਸਭ ਤੋਂ ਵੱਡੀ ਹੁੰਦੀ ਆ। ਦੁਨੀਆ ਨਾਲ ਬੰਦਾ ਬਹੁਤ ਤਰੀਕੇ ਨੇ ਲੜਨ ਦੇ, ਵਕੀਲ ਆ ਜਾਂਦੇ ਆ, ਪੈਸਾ ਜਿੱਥੇ ਆ ਜਾਂਦਾ, ਇੱਥੇ ਆਪਣੇ ਮਨ ਨਾਲ ਲੜਨਾ। ਔਰ ਗੁਰਬਾਣੀ 'ਚ ਵੀ ਕਿਹਾ ਗਿਆ ਮਨ ਜੀਤੇ ਜਗ ਜੀਤਾ, ਇਹ ਬਹੁਤ ਵੱਡੀ ਗੱਲ ਆ। ਤਾਂ ਬਾਈ ਦੀ ਹੁਣ ਤੁਹਾਨੂੰ ਦਿਖਾਉਂਦੇ ਆ ਕਿ ਕਿਹੜੀ ਗੱਲ ਕਰਕੇ ਬਾਈ ਕੋਲ ਆਏ ਆ। ਤਾਂ ਉਹ ਇੱਕ ਵੱਡਾ ਪੱਖ ਸੀਗਾ। ਬਾਈ ਤੁਸੀਂ ਹੁਣ ਜਰਾ ਦਿਖਾ ਦਿਓ ਸਾਰਿਆਂ ਨੂੰ ਕਿ ਕਿਹੜੀਆਂ ਚੀਜ਼ਾਂ ਹੋ ਸਕਦੀਆਂ ਨੇ ਜੇ ਬੰਦਾ ਮਿਹਨਤ ਕਰੇ। ਤਾਂ ਤੁਸੀਂ ਦੇਖ ਸਕਦੇ ਹੋ। ਅੱਛਾ ਇੱਕ ਚੀਜ਼ ਇਹ ਵੀ ਦਿਖਾਈਏ, ਬਾਈ 4 ਭੈਣਾਂ ਦਾ ਇਕੱਲਾ ਭਰਾ ਵਾ। ਤਾਂ ਤੁਸੀਂ ਦੇਖੋ ਆ ਬਾਈ ਦੀਆਂ ਚੀਜ਼ਾਂ ਲਿਖੀਆਂ ਹੋਈਆਂ। ਬਾਈ ਆ ਲਿਖਿਆ ਮਾਈ ਹੀਰੋਜ਼ ਆਰ ਮਾਈ ਸਿਸਟਰ। ਵਾਹ ਵੀ ਵਾਹ। ਹਾਂਜੀ, ਸੋਨੀ, ਲਵੂ, ਸੁੱਖੀ, ਅਮਨ। ਸੋ ਦੇਖੋ ਇਹ ਭੈਣਾਂ ਨਾਲ ਕਿੰਨਾ ਪਿਆਰ ਆ। ਤਾਂ ਆ ਬਾਈ ਨੇ ਇਹ ਟੈਟੂ ਬਣਾਇਆ। ਬਾਈ ਮੈਨੂੰ ਲੱਗਦਾ ਕਿ ਜਿੰਨਾ ਕੁ ਮੈਨੂੰ ਨੌਲੇਜ ਆ ਇਹ ਆਜ਼ਾਦੀ ਦਾ ਪ੍ਰਤੀਕ ਦਿਖਾਉਂਦਾ ਹੈ, ਪੰਖ ਵੀ ਇਹਦਾ ਮਤਲਬ ਇਹੀ ਆ ਬਾਈ ਵੀ ਬੰਦਾ ਇੱਥੋਂ ਡਿੱਗ ਕੇ ਬਹੁਤ ਸੱਟਾਂ ਫੇਟਾਂ ਖਾ ਕੇ ਵੀ ਫੇਰ ਉਹ ਉੱਠਿਆਗਾ। ਇਹ ਚੀਜ਼ ਬਾਈ ਮੋਟੀਵੇਟ ਕਰਦੀ ਹੈ। ਅੱਛਾ ਇੱਕ ਚੀਜ਼ ਹੋਰ ਦੱਸਦਾ ਕਿ ਇਹ ਵੱਡੀ ਗੱਲ ਨਹੀਂ ਹੁੰਦੀ। ਆਮ ਤੌਰ ਤੇ ਬਾਈ ਕਿਸੇ ਨੇ ਜਿਮ 'ਚ ਜਾਣਾ ਹੋਵੇ ਨਾ ਤਾਂ ਬੰਦਾ ਕਹਿੰਦਾ ਮੈਂ ਪਹਿਲਾਂ ਇੱਕ ਵਧੀਆ ਐਡੀਡਾਸ ਦੇ ਸ਼ੂਜ਼ ਲੈਣੇ ਆ, ਨਾਈਕੀ ਦੇ ਲੈਣੇ ਆ। ਹਾਂ ਦੇਖੋ ਤੁਸੀਂ ਬਿਲਕੁਲ ਮੌਲਿਕ ਚੀਜ਼ਾਂ ਦੇ ਨਾਲ ਨਾ ਬੇਸਿਕ ਚੀਜ਼ਾਂ ਨੇ। ਤਾਂ ਬਾਈ ਦੇਖੋ ਜੇ ਪਰਫਾਰਮੈਂਸ ਦੀ ਗੱਲ ਆ, ਮਿਹਨਤ ਦੀ ਗੱਲ ਆ, ਤਾਂ ਆ ਦੇਖੋ ਬਿਲਕੁਲ ਬੇਸਿਕ ਚੀਜ਼ਾਂ ਨੇ। ਲਿਆਓ ਬਾਈ ਜੀ ਲੈ ਲਓ। ਤਾਂ ਤੁਸੀਂ ਆ ਹੁਣ ਦੇਖਿਓ, ਜਿਹੜੀ ਚੀਜ਼ ਤੁਸੀਂ ਦੇਖੋਗੇ ਮੈਨੂੰ ਨਹੀਂ ਲੱਗਦਾ ਕਿ ਤੁਸੀਂ ਬਹੁਤੇ ਕਰਕੇ ਦੇਖੀ ਹੋਏਗੀ। ਤਾਂ ਦਿਖਾਇਓ, ਤਾਂ ਸ਼ੇਅਰ ਕਰਿਓ ਇਹ ਚੀਜ਼, ਕਿਉਂਕਿ ਜਿਹੜੀਆਂ ਆ ਚੀਜ਼ਾਂ ਨੇ ਇਹ ਸਭ ਤੋਂ ਮਹਿੰਗੀਆਂ ਚੀਜ਼ਾਂ ਨੇ। ਕਿਉਂਕਿ ਜਿਹੜੀ ਚੀਜ਼ ਬੰਦੇ ਦੀ ਜ਼ਿੰਦਗੀ ਬਦਲ ਸਕਦੀ ਆ, ਮੋਟੀਵੇਟ ਕਰੇ, ਤਾਂ ਉਹ ਚੀਜ਼ਾਂ ਦਿਖਾਉਣੀਆਂ ਚਾਹੀਦੀਆਂ ਨੇ, ਜ਼ਰੂਰੀ ਨੇ। ਸੋ ਤੁਸੀਂ ਦੇਖ ਰਹੇ ਹੋ ਜੀ ਸੁੱਖ ਜੌਹਲ। ਸੋ ਇਹ ਸਟਰੈਂਥ ਆ ਜੀ ਸੁੱਖ ਜੌਹਲ ਦੀ। ਤੇ ਜੇ ਬਾਈ ਨੇ ਜਿਵੇਂ ਦੱਸਿਆ ਕਿ ਇੱਕ ਸਮੇਂ ਦਾ ਉਹ ਬੰਦਾ, ਬਾਈ ਕਹਿੰਦਾ ਕਿ ਮੈਂ ਇੱਕ ਸਮੇਂ ਦਾ ਉਹ ਬੰਦਾ ਸੀ ਕਿ ਜਿਵੇਂ ਕੁਝ ਵੀ ਕਿਤੇ ਵੀ ਨਸ਼ਾ ਕੀਤਾ ਤਾਂ ਉਸੇ ਹੀ ਅੱਡੇ ਤੇ ਪੈ ਗਏ। ਤਾਂ ਤੁਸੀਂ ਆਹ ਦੇਖੋ ਕਿ ਹੁਣ ਦੇਖੋ ਇਹ ਮਿਹਨਤ ਆ ਬੰਦੇ ਦੀ ਕਿ ਬੰਦਾ ਕੀ ਕਰ ਸਕਦਾ। ਮਿਹਨਤ ਦੇ ਨਾਲ ਬੰਦਾ ਕੁਝ ਵੀ ਕਰ ਸਕਦਾ। ਇਹ ਚੀਜ਼ਾਂ ਕਿਤਾਬਾਂ ਦੇ ਵਿੱਚ, WhatsApp ਮੈਸੇਜਾਂ ਦੇ ਉੱਤੇ ਬਹੁਤ ਪੜ੍ਹਨ ਸੁਣਨ ਨੂੰ ਮਿਲਦੀਆਂ ਨੇ, ਪਰ ਅਸਲ ਦੇ ਵਿੱਚ ਕੁਝ ਹੀ ਲੋਕ ਹੁੰਦੇ ਨੇ ਜਿਹੜੇ ਸੀਰੀਅਸ ਹੋ ਕੇ ਉਹ ਚੀਜ਼ਾਂ ਕਰਦੇ ਨੇ, ਤਾਂ ਮਿਹਨਤ ਕਰਦੇ ਨੇ। ਸੋ ਬਿਲਕੁਲ ਤੁਸੀਂ ਲਗਾਤਾਰ ਦੇਖ ਰਹੇ ਹੋ ਅਸੀਂ ਇੱਥੇ ਬਣੇ ਹੋਏ ਆ ਜਿਹੜਾ ਬਾਈ ਦਾ ਦੇਸੀ ਇੱਥੇ ਕਹਿ ਲਓ ਅਖਾੜਾ ਕਹਿ ਲਓ ਜਾਂ ਪ੍ਰੈਕਟਿਸ ਦੇ ਲਈ ਜਿਹੜੀ ਜਗ੍ਹਾ ਬਣਾਈ ਹੋਈ ਆ ਖੇਤਾਂ ਦੇ ਵਿੱਚ। ਸੁੱਖ ਜੌਹਲ ਨੇ ਵੀ ਮੇਰੇ ਨਾਲ ਵੀਰਾ ਸੁੱਖ ਜੌਹਲ ਆ।
ਸੁੱਖ ਤੇਰੀਆਂ ਵੱਖ-ਵੱਖ ਪਰਫਾਰਮੈਂਸ ਦੇਖ ਲੀਆਂ, ਬਿਲਕੁਲ ਨਾ ਮੈਨੂੰ ਲੱਗਦਾ ਜੋਸ਼ ਨਾਲ ਭਰ ਗਏ ਹੋਣਗੇ ਦਰਸ਼ਕ ਵੀ। ਤੁਸੀਂ ਥੋੜੀ ਜਿਹੀ ਲਾਈਫ ਸਟੋਰੀ ਵੀ ਦੱਸੀ ਆ, ਥੋੜੀ ਹੋਰ ਵੀ ਆਪਾਂ ਗੱਲ ਕਰਾਂਗੇ। ਇਹਦੇ ਨਾਲ ਇੱਕ ਪੱਖ ਇਹ ਵੀ ਹੈ ਕਿ ਹੁਣ ਤੁਸੀਂ ਬਿਲਕੁਲ ਇੱਕ ਸਕਸੈਸਫੁਲ ਹੋ, ਇੱਕ ਇਸੇ ਪਾਸੇ ਤੁਸੀਂ ਲੱਗੇ ਹੋਏ ਹੋ, ਪਰਸਨਲ ਮੀਲ ਪਲਾਨ ਵੀ ਬਣਾਉਂਦੇ ਹੋ ਹੈ ਨਾ, ਆਨਲਾਈਨ ਤੁਸੀਂ ਇਹ ਚੀਜ਼ਾਂ ਕਰਦੇ ਹੋ, ਇੰਸਟਾ ਦੇ ਉੱਤੇ ਬਹੁਤ ਤੁਸੀਂ ਛਾਏ ਹੋਏ ਹੋ। ਆਈਡੀ ਵੀ ਦੱਸੋ ਆਪਣੀ ਇੰਸਟਾ ਦੀ, ਕਿਉਂਕਿ ਲੋਕ ਵੀ ਦੇਖਣ ਕਿ ਚੀਜ਼ਾਂ ਕੀ ਕਰਦੇ ਹੋ। ਅੱਛਾ, ਮੀਲ ਪਲਾਨ ਬਾਰੇ ਵੀ ਦੱਸੋ, ਡਾਈਟ ਪਲਾਨ ਜਿਹੜਾ ਤੁਸੀਂ ਸਾਰਾ ਕੁਝ ਬਣਾਉਂਦੇ ਹੋ। ਹਾਂਜੀ ਹਾਂਜੀ ਬਾਈ, ਇੰਸਟਾਗ੍ਰਾਮ ਆਈਡੀ ਆਪਣੀ ਸੁੱਖ ਜਹੌਲ ਆ ਗਈ, ਤੁਸੀਂ ਦੇਖੀ ਹੋਣੀ ਰੀਲਸ, ਮੈਂ ਡੇਲੀ ਰਹਿਣਾ ਗਾ। ਤੇ ਡਾਈਟ ਪਲਾਨ ਦਾ ਬਈ ਇਹ ਹੋ ਜਾਂਦਾ ਗਾ ਵੀ ਜਿਵੇਂ ਕਿਸੇ ਨੇ ਫੈਟ ਲਾਸ ਕਰਨਾ ਹੋ ਗਿਆ, ਬਲਕਿੰਗ ਹੋ ਗਿਆ, ਕਟਿੰਗ ਹੋ ਗਿਆ, ਇਹਦੇ ਬਾਰੇ ਹੈ ਨਾ ਲੋਕ ਮੈਨੂੰ ਪੁੱਛਦੇ ਰਹਿੰਦੇ ਆ। ਜ਼ਿਆਦਾਤਰ ਮਤਲਬ ਕਿ ਫੋਰਨ ਕੰਟਰੀਆਂ ਚੋਂ ਮੈਥੋਂ ਡਾਈਟ ਪਲਾਨ ਪਰਚੇਜ਼ ਕਰਦੇ ਆ, ਕਿਉਂਕਿ ਜੋ ਟਰੱਕ ਡਰਾਈਵਰ ਵੀਰ ਹੁੰਦੇ ਨੇ ਜਾਂ ਹੋਰ ਲੇਡੀਜ਼ ਵੀ ਮੈਥੋਂ ਡਾਈਟ ਪਲਾਨ ਲੈਂਦੇ ਨੇ। ਤੇ ਬਹੁਤ ਜਿਹੜੇ ਮੁੰਡੇ ਆਰਮੀ ਦੀ ਤਿਆਰੀ ਕਰਦੇ ਆ, ਜਿਨ੍ਹਾਂ ਨੇ ਹੈ ਨਾ ਵੀ ਸਾਡੀ ਆਰਮੀ ਦੀ ਹੈ ਨਾ ਅਸੀਂ ਭਰਤੀ ਕਰਨਾ ਗਾ, ਉਹ ਵੀਰ ਹੋ ਜਾਂਦੇ ਆ। ਤੇ ਵੱਖ-ਵੱਖ ਤਰ੍ਹਾਂ ਦੇ ਬਾਈ, ਜਿਵੇਂ ਐਥਲੀਟ ਹੋ ਗਏ ਜਾਂ ਕੁਛ ਕੁ ਵੀਰ ਹੁੰਦੇ ਜਿਹੜੇ ਕਹਿੰਦੇ ਆ ਵੀ ਅਸੀਂ ਬਾਈ ਜੋ ਤੂੰ ਕਰਦਾਂਗਾ ਕੈਲਿਸਥੈਨਿਕ, ਉਹ ਚੀਜ਼ ਅਸੀਂ ਸਿੱਖਣੀ ਚਾਹੁੰਦੇ ਆਗੇ, ਆਪਾਂ ਉਹਨਾਂ ਨੂੰ ਵੀ ਆਨਲਾਈਨ ਟ੍ਰੇਨਿੰਗ ਕਰਾ ਦਈਦੀ ਹੈਗੀ ਵੀਡੀਓ ਕਾਲ ਦੇ ਜ਼ਰੀਏ। ਤੇ ਕੁਛ ਬਾਕੀ ਆਪਣੇ ਲਵੇ ਤਵਾਂ ਦੇ ਪਿੰਡੋਂ ਵੀਰੇ ਆ ਜਾਂਦੇ ਹੈਗੇ ਮੁੰਡੇ ਇੱਥੇ ਮਿਹਨਤ ਲਾਉਣ, ਤੇ ਉਹਨਾਂ ਨੂੰ ਆਪਾਂ 4 ਵਜੇ ਤੋਂ ਲੈ ਕੇ 6 ਵਜੇ ਤੱਕ ਵਧੀਆ ਵਰਕਆਊਟ ਕਰਾਈਦਾ ਹੈਗਾ। ਅੱਛਾ ਬਾਈ, ਇੱਕ ਚੀਜ਼ ਮੈਨੂੰ ਇਹ ਦੱਸੋ, ਜਿਹੜੇ ਮੁੰਡਿਆਂ ਦੇ ਨਾਲ ਤੁਸੀਂ ਗਲਤ ਸੰਗਤ ਕਹਿ ਲਓ ਹੈ ਨਾ, ਚਲੋ ਜਾਂ ਜਿਵੇਂ ਹਾਲਾਤ ਕਹਿ ਲਓ, ਉਹ ਮੁੰਡੇ ਹੁਣ ਕਦੇ ਮਿਲਦੇ ਆ ਯਾਰ ਦੋਸਤ ਜਿਹੜੇ ਉਦੋਂ ਨਸ਼ਾ ਜਦੋਂ ਕਰਦੇ ਸੀ, ਜਾਂ ਜੋ ਕਹਿ ਲਓ ਕਿ ਜੋ ਤੁਹਾਡਾ ਸੀਗਾ ਸਾਰਾ ਇੱਕ ਸਹਿਚਾਰ ਬਣ ਗਿਆ ਸੀ ਜਿਹਨਾਂ ਮੁੰਡਿਆਂ ਨਾਲ, ਜਿਨ੍ਹਾਂ ਕਰਕੇ ਤੁਸੀਂ ਥੋੜਾ ਉਹਨਾਂ ਰਾਹਾਂ ਤੇ ਤੁਰ ਪਏ, ਹੁਣ ਕਦੇ ਮਿਲਦੇ ਆ, ਹੁਣ ਦੇਖਦੇ ਆ, ਐਪਰੀਸ਼ੀਏਟ ਕਰਦੇ ਆ, ਜਾਂ ਕੀ ਕਹਿੰਦੇ ਆ ਉਹ ਸਾਰੇ? ਬਾਈ ਹੁਣ ਵੈਸੇ ਜ਼ਿਆਦਾਤਰ ਨਾਲ ਤਾਂ ਹਨਾ ਮੁੜ ਕੇ ਉਹ ਗੱਲਬਾਤ ਨਹੀਂ ਰਹਿੰਦੀ ਹੈਗੀ ਹਨਾ, ਕਿਉਂਕਿ ਉੱਠਣੀ ਬੈਠਣੀ ਬੰਦ ਹੋ ਜਾਂਦੀ ਹੈਗੀ, ਜਾਣਾ ਘਟਣਾ ਹੋ ਜਾਂਦਾ ਹਨਾ। ਕਿਉਂਕਿ ਪਹਿਲਾਂ ਤਾਂ ਐ ਹੁੰਦਾ ਸੀਗਾ ਉੱਠਣ ਸਾਰ ਉਹਨੂੰ ਫੋਨ ਕਰਨਾ, ਆ ਜਾਓ ਕਿੱਥੇ ਹੋ ਜੇ ਉਹ ਹਨਾ। ਤੇ ਹੁਣ ਤਾਂ ਬਾਈ ਉਹਨਾਂ ਨਾਲ 1-2 ਮੁੰਡਿਆਂ ਨਾਲ ਹੈਗੀ ਆਗੀ, ਤੇ ਜਿਹੜੇ ਮਤਲਬ ਕਿ ਆਪਣੇ ਪਿੰਡ ਦੇ ਹੀ ਨੇਗੇ, ਬਟ ਜ਼ਿਆਦਿਆਂ ਨਾਲ ਨਹੀਂ ਹੈਗੀ। ਤੇ ਪਿੰਡ ਵਾਲੇ ਮਾਣ ਕਰਦੇ ਆ ਪੂਰਾ, ਕਹਿੰਦੇ ਕਿ ਸਾਡੇ ਪਿੰਡ ਦਾ ਮੁੰਡਾ ਇਦਾਂ? ਨਹੀਂ ਬਾਈ, ਪਿੰਡ ਵੱਲੋਂ ਤਾਂ ਬਾਈ ਮੈਨੂੰ ਪਹਿਲੇ ਦਿਨ ਤੋਂ ਥੋੜੀ ਜਿਹੀ ਘੱਟ ਸਪੋਰਟ ਰਹੀ ਹੈਗੀ, ਕਿਉਂਕਿ ਮੈਂ ਥੋੜਾ ਜਿਹਾ ਪਹਿਲਾਂ ਤੁਹਾਨੂੰ ਪਤਾ ਹੀ ਆ ਹਨਾ, ਗਲਤ ਕੰਮ ਕਰਦਾ ਰਿਹਾ, ਜੇ ਉਹ ਡਰੱਗਸ ਹੋ ਗਿਆ, ਕਿਉਂਕਿ ਆਪਣੀ ਰੈਪੋ ਜੀ ਡਾਊਨ ਹੋ ਜਾਂਦੀ ਆ ਬਾਈ ਪਿੰਡ 'ਚ ਹਨਾ। ਫਿਰ ਉਹ ਆਪਣੇ ਸਾਰੇ ਪਿੰਡ ਦੇ ਆਪ ਨੂੰ ਗਲਤੀ ਸਮਝਣ ਲੱਗ ਜਾਂਦੇ ਆ ਵੀ ਖਾਣੀ ਇਹ ਨਸ਼ੇ ਕਰਦਾ ਸੀ, ਜੇ ਉਹ ਗਲਤ ਬੰਦਾ ਸੀ ਤਾਂ ਇਹ ਇਹੋ ਜਿਹਾ ਹੀ ਹੋਊਗਾ ਹਨਾ। ਉਸ ਕਰਕੇ ਪਿੰਡ ਦੀ ਤਾਂ ਮੈਨੂੰ ਜ਼ਿਆਦਾ ਸਪੋਰਟ ਨਹੀਂ ਰਹਿੰਦੀ ਹੈਗੀ, ਹੁਣ ਵੀ ਬਹੁਤ ਘੱਟ ਸਪੋਰਟ ਆ ਗਈ। ਬਾਕੀ ਚਲੋ ਬਾਈ ਆਪਣੀ ਫੈਮਿਲੀ ਦੀ ਬਾਈ ਮੈਨੂੰ ਫੁੱਲ ਸਪੋਰਟ ਆ ਹਨਾ, ਬਾਕੀ ਸਪੋਰਟਰਸ ਹੋ ਗਏ। ਬਾਈ ਮੈਂ ਜੇ ਥੋੜਾ ਜਿਹਾ ਦੱਸਾਂ, ਬਾਈ ਦੇ ਨਾਲ ਹੁਣ ਅਸਾਂ 2-3 ਘੰਟੇ ਹੋ ਗਿਆ, ਤਾਂ ਬਾਈ ਬਿਲਕੁਲ ਇਹ ਨੈਚੁਰਲ ਡਾਈਟ ਤੇ ਹੀ ਆ ਬਾਈ ਤਕਰੀਬਨ। ਔਰ ਜਦੋਂ ਅਸੀਂ ਆਏ ਆ, ਬਾਈ ਨੇ ਮਿੱਠੇ ਵਾਲਾ ਦੁੱਧ ਸਾਨੂੰ ਪਿਆਇਆ, ਆਪ ਨਹੀਂ ਪੀਤਾ, ਕਹਿੰਦੇ ਮੈਂ ਡਾਈਟ ਤੇ ਆ। ਤਾਂ ਖੈਰ ਹੁਣ ਤੁਹਾਨੂੰ ਦਿਖਾਉਂਦੇ ਆ ਕਿ ਬਾਈ ਦੀ ਇੱਕ ਹੋਰ ਚੀਜ਼ ਦਿਖਾਉਂਦੇ ਆ। ਆਜੋ ਬਾਈ ਜੀ, ਆ ਬਾਈ ਇੱਕ ਹੋਰ ਚੀਜ਼ ਕਰਨ ਲੱਗਾ, ਇਹ ਵੀ ਇੱਕ ਸਟਰੈਂਥ ਦਰਸਾਉਂਦੀ ਆ ਬਾਈ। ਅੱਛਾ, ਇਹ ਕਿੰਨੇ ਕਿਲੋ ਦੇ ਨੇ ਮਾੜੇ ਦੱਸਿਓ, ਕੀ ਆ ਇਹ ਜਿਹੜੇ ਮੈਂ ਕਿਹਾ ਟਰਾਲੇ ਟਰੂਲੇ ਦੇ ਟਾਇਰ ਨੇ ਇਹ? ਹਾਂਜੀ ਹਾਂ ਬਾਈ, ਪਹਿਲਾਂ ਤਾਂ ਆਪਣਾ 40 ਕਿਲੋ ਦਾ ਟਾਇਰ ਹੈਗਾ, ਜੋ ਆਪਣੇ ਛੋਟੇ ਟਰੈਕਟਰਾਂ ਦੇ ਆਉਂਦਾ ਮਹਿੰਦਰਾ ਵਰਗਿਆਂ ਦੇ। ਤੇ ਉਦੋਂ ਅਗਲਾ ਟਾਇਰ ਹੈਗਾ ਉਹ ਵੱਡੇ ਟਰੈਕਟਰਾਂ ਦਾ ਆ ਜਾਂਦਾ, ਜਿਵੇਂ ਸਵਰਾਜ, ਜੌਂਟੀਅਰ ਹਨਾ, ਉਹਦਾ ਬਾਈ weight ਹੈਗਾ 65 ਕਿਲੋ। ਤੇ ਇਹ ਆਪਣਾ ਬਾਈ ਕਪੈਨ ਦਾ ਟਾਇਰ ਆ ਜਾਂਦਾ ਹੈਗਾ, ਜਿਹੜਾ ਆਪਣੀ ਝੋਨੇ ਵਾਲੀ ਮਸ਼ੀਨ ਹੁੰਦੀ ਹੈ ਕਣਕ ਵਾਲੀ ਵੱਡੀ, ਇਹਦਾ weight 90 ਕਿਲੋ ਦੇ ਬਰਾਬਰ ਆ ਬਾਈ। ਬੱਲੇ ਆ ਤੁਸੀਂ ਦੇਖ ਰਹੇ ਹੋ ਜੀ ਸੁੱਖ ਜੌਹਲ ਬਾਈ ਦੀ ਆ ਵੀ ਪਰਫਾਰਮੈਂਸ। ਇਹ ਦਿਖਾਉਣ ਦਾ ਸਿਰਫ ਇਹੀ ਮੰਤਵ ਆ ਕਿ ਜੇ ਆਹ ਬੰਦਾ ਜਿਹੜਾ ਕਿਸੇ ਸਮੇਂ ਬਿਲਕੁਲ ਹਾਲਾਤ ਐਸੇ ਬਣ ਗਏ ਸੀਗੇ ਕਿ ਬਿਲਕੁਲ ਪਤਾ ਨਹੀਂ ਸੀਗਾ ਕਿ ਕਿੱਥੇ ਪੈਣਾ ਤੇ ਬੰਦਾ ਕਿੱਥੇ ਸੌਂ ਗਿਆ, ਤਾਂ ਜੇ ਉਹ ਇਹ ਚੀਜ਼ਾਂ ਕਰ ਸਕਦਾ ਤਾਂ ਤੁਸੀਂ ਦੇਖੋ ਇਹ ਸੁੱਖ ਜੌਹਲ। ਸੋ ਬਹੁਤ ਇਹ ਦੇਖੋ ਜੀ, ਆ ਪਰਫਾਰਮੈਂਸ ਆ ਬਾਈ ਦੀ। ਆ ਤੁਸੀਂ ਦੇਖੋ 65 ਕਿਲੋ ਦਾ ਇਹ ਟਾਇਰ ਆ ਜੀ, ਆ ਦੇਖੋ ਤੁਸੀਂ, ਬੱਲੇ ਆ ਦੇਖੋ ਤੁਸੀਂ। ਔਰ ਇਹ ਵੱਡੀ ਚੀਜ਼ ਆ ਜੀ, ਪੰਜਾਬੀ ਨੌਜਵਾਨ, ਇਹ 90 ਕਿਲੋ ਦਾ ਟਾਇਰ ਆ। ਸੋ ਬਹੁਤ ਵਧੀਆ ਇੱਕ ਪਰਫਾਰਮੈਂਸ ਆ। ਸੋ ਬਾਈ ਲਗਾਤਾਰ ਤੁਹਾਨੂੰ ਦਿਖਾ ਰਹੇ ਆ, ਦਿਖਾਉਣ ਦਾ ਸਿਰਫ ਇਹੀ ਮੰਤਵ ਆ ਕਿ ਤੁਸੀਂ ਵੀ ਜ਼ਰੂਰ ਮੋਟੀਵੇਟ ਹੋਵੋ। ਔਰ ਜਦੋਂ ਵੀ ਕੋਈ ਮੋਟੀਵੇਟ ਹੁੰਦਾ ਤਾਂ ਲੱਗਦਾ ਕਿ ਸਾਡੀ ਮਿਹਨਤ ਸਫਲ ਹੋਊਗੀ। ਤਾਂ ਤੁਸੀਂ ਦੇਖੋ ਇਹ ਬਿਲਕੁਲ ਇਹ ਚੀਜ਼ਾਂ ਨੇ। ਇੱਕ ਉਹ ਮੁੰਡਾ ਜਿਹੜਾ ਕਿਸੇ ਸਮੇਂ ਐਸੀ ਸੰਗਤ ਦੇ ਵਿੱਚ ਸੀ, ਐਸੇ ਹਾਲਾਤਾਂ ਦੇ ਵਿੱਚ ਸੀਗਾ, ਜਿਹਨੂੰ ਪਤਾ ਨਹੀਂ ਹੁੰਦਾ ਸੀਗਾ ਮੈਂ ਕਿੱਥੇ ਪਿਆ, ਮੈਂ ਕੀ ਕਰ ਰਿਹਾ। ਤਾਂ ਹੁਣ ਤੁਸੀਂ ਦੇਖੋ ਆਪਣੀ ਮਿਹਨਤ ਦੇ ਨਾਲ ਬਾਈ ਕਿੱਥੇ ਪਹੁੰਚ ਗਿਆ, ਤੇ ਹਾਲਾਤ ਐਸੇ ਬਣ ਗਏ ਕਿ ਬਾਈ ਅੱਜ ਬਿਲਕੁਲ ਇੰਟਰਨੈਟ ਤੇ ਵਾਇਰਲ ਹੋ ਜਾਂਦੀ ਆ ਬਾਈ ਦੀਆਂ ਵੀਡੀਓ ਵੀ। ਲੋਕ ਵੱਖ-ਵੱਖ ਬਾਹਰਲੇ ਮੁਲਕਾਂ ਤੋਂ ਵੀ ਬਾਈ ਦੇ ਕੋਲ ਪਹੁੰਚਦੇ ਆ ਤੇ ਪੁੱਛਦੇ ਆ ਕਿ ਬਾਈ ਸਾਨੂੰ ਵੀ ਆ ਡਾਈਟ ਪਲਾਨ ਵਗੈਰਾ ਦੱਸ ਕੇ ਕਿੱਦਾਂ ਕਰਦੇ ਆ। ਤਾਂ ਬੱਲੇ ਇਹ ਪੁਸ਼ਅਪ ਨੇ ਜੀ, ਬੜੇ ਤਰ੍ਹਾਂ ਦੇ ਤੁਸੀਂ ਦੇਖੇ ਹੋਣਗੇ ਪੁਸ਼ਅਪ। ਤਾਂ ਤੁਸੀਂ ਦੇਖੋ ਕਿ ਇਹ ਕਿੱਡੀ ਵਧੀਆ ਬਾਈ ਦੀ ਇਹ ਚੀਜ਼ਾਂ ਨੇ, ਪਰਫਾਰਮੈਂਸ ਆ।
ਸੋ ਬਿਲਕੁਲ ਸੁੱਖ ਦੇ ਨਾਲ ਗੱਲਬਾਤ ਚੱਲ ਰਹੀ ਹੈ। ਅੱਛਾ ਸੁੱਖ, ਜਿਵੇਂ ਜਿਵੇਂ ਜਿਹੜੇ ਹਾਲਾਤਾਂ 'ਚੋਂ ਬਾਈ ਤੁਸੀਂ ਨਿਕਲੇ ਹੋ, ਤੁਸੀਂ ਜ਼ਿਆਦਾ ਵਧੀਆ ਤਰ੍ਹਾਂ ਦੱਸ ਸਕਦੇ ਹੋ। ਸਾਡਾ ਵੀ ਬਹੁਤ ਇੱਕ ਖਾਸ ਅਜ਼ੀਜ਼ ਦੋਸਤ ਸੀਗਾ, ਰਣਵਿਜੇ ਮੁੰਡਾ ਹੁੰਦਾ ਸੀਗਾ, ਤਾਂ ਉਹ ਵੀ ਇਹਨਾਂ ਹਾਲਾਤਾਂ ਦਾ ਸ਼ਿਕਾਰ ਹੋਇਆ ਤੇ ਦੁਨੀਆ ਦੇ ਵਿੱਚ ਨਹੀਂ ਰਿਹਾ। ਔਰ ਮੈਨੂੰ ਲੱਗਦਾ ਕਿ ਤੁਸੀਂ ਬਿਹਤਰ ਦੱਸ ਸਕਦੇ ਹੋ ਕਿ ਇਹ ਜਿਹੜੀਆਂ ਚੀਜ਼ਾਂ ਨੇ ਇਹ ਕਿਵੇਂ ਕੋਈ ਇਹਨਾਂ ਤੋਂ ਨਿਕਲ ਸਕਦਾ। ਤੁਸੀਂ ਤਾਂ ਨਿਕਲੇ ਨਹੀਂ, ਤੁਸੀਂ ਤਾਂ ਬਿਲਕੁਲ ਇਸ ਤਰੀਕੇ ਨਾਲ ਓਵਰਪਾਵਰ ਕੀਤਾ ਇਹਨਾਂ ਚੀਜ਼ਾਂ ਨੂੰ ਕਿ ਬਿਲਕੁਲ ਤੁਸੀਂ ਇੰਚ ਉਸ ਚੀਜ਼ ਦੇ ਰਾਈ ਤੋਂ ਵਾਕਿਫ ਹੋ ਕਿ ਨਸ਼ਾ ਕੀ ਹੁੰਦਾ, ਕਿਵੇਂ ਹਾਲਾਤ ਬਣਦੇ ਨੇ, ਚਾਹੇ ਉਹ ਆਪਣੇ ਘਰਦਿਆਂ ਨੂੰ ਪਰੇਸ਼ਾਨ ਕਰਨ ਵਾਲੀ ਗੱਲ ਹੋਵੇ, ਚਾਹੇ ਖੁਦਕੁਸ਼ੀ ਕਰਨ ਤੱਕ ਗੱਲ ਹੋਵੇ, ਤਾਂ ਉਸ ਤੋਂ ਬਾਅਦ ਇੱਕ ਆਹ ਦੌਰ ਦੀ ਗੱਲ ਹੋਵੇ। ਹਾਂਜੀ ਬਾਈ, ਇਹ ਦੇਖੋ ਯਾਰ ਐਵੇਂ ਹੀ ਹੁੰਦਾ ਗਾ ਵੀਰੇ, ਵੀ ਜਦੋਂ ਆਪਾਂ ਸ਼ੁਰੂਆਤ ਕਰਦੇ ਆਂ ਆਪਾਂ ਇਹ ਤਾਂ ਹੈ ਨਹੀਂਗਾ ਹਨਾ ਵੀ ਆਪਾਂ ਨੂੰ ਯਾਰ ਦੋਸਤੀ ਬਾਈ ਜ਼ਿਆਦਾਤਰ ਤਾਂ ਇਹਦੀ ਵਜ੍ਹਾ ਹੁੰਦੀ ਹੈਗੀ ਹਨਾ। ਜਿਵੇਂ ਦੇਖੋ ਮੈਂ ਜਦੋਂ ਸ਼ੁਰੂਆਤ ਕੀਤੀ ਸੀਗੀ ਇਹ ਚੀਜ਼ ਦੀ, ਡਰੱਗਸ ਦੀ ਕੀਤੀ ਸੀਗੀ, ਪਰ ਜਦੋਂ ਕਬੱਡੀ ਖੇਡਦੇ ਸੀਗੇ ਹੌਲੀ ਹੌਲੀ ਉਦੋਂ ਸੈਕਟ ਜੇ ਵਗੈਰਾ ਨਸ਼ੇ ਕਰਨ ਲੱਗ ਗਏ। ਹੌਲੀ ਹੌਲੀ ਮੇਰਾ ਦੋਸਤ ਕਹਿੰਦਾ ਵੀ ਤੂੰ ਇਹ ਚੂਜ਼ ਕਰਕੇ ਦੇਖ ਚਿੱਟਾ, ਤੇ ਬਸ ਉਹਦੀ ਬਾਈ ਉਹ ਕਰ ਲਿਆ। ਹੌਲੀ ਹੌਲੀ ਕੀ ਹੁੰਦਾ, ਉਹ ਚੀਜ਼ਾਂ ਆਪਾਂ ਨੂੰ ਵਧੀਆ ਲੱਗਣ ਲੱਗ ਜਾਂਦੀਆਂ ਬਾਈ ਪਹਿਲਾਂ, ਬਟ ਉਹ ਚੀਜ਼ਾਂ ਬਾਰੇ ਆਪਾਂ ਨੂੰ ਪਤਾ ਨਹੀਂ ਹੁੰਦਾ ਵੀ ਇਹ ਚੀਜ਼ਾਂ ਆਪਾਂ ਨੂੰ ਕਿੰਨਾ ਕੁ ਨੁਕਸਾਨ ਕਰਨਗੀਆਂ ਜਾਂ ਇਹਨਾਂ ਦੇ ਫਾਇਦੇ ਕੀ ਆ ਜਾਂ ਨੁਕਸਾਨ ਕੀ ਆ ਹਨਾ ਬਾਈ। ਪਹਿਲਾਂ ਆਪਾਂ ਨੂੰ ਵਧੀਆ ਲੱਗਦਾ, ਬਟ ਹੌਲੀ ਹੌਲੀ ਜਦੋਂ ਰੈਪੋ ਡਾਊਨ ਹੋਣ ਲੱਗ ਜਾਂਦੀ ਆ, ਪਿੰਡ 'ਚ ਪਤਾ ਲੱਗਦਾ ਲੋਕਾਂ ਨੂੰ, ਮਾਂ ਪਿਓ ਆਪਣ ਬਈ ਪਿੰਡਾਂ ਦੇ ਵਿੱਚ ਜ਼ਿਆਦਾ ਹੁੰਦਾ, ਸ਼ਹਿਰਾਂ 'ਚ ਨਹੀਂ ਪਤਾ ਲੱਗਦਾ ਕਿ ਨਾਲ ਦਾ ਗਵਾਂਢੀ ਕੀ ਕਰੀ ਜਾਂਦਾ। ਪਿੰਡ 'ਚ ਤਾਂ ਨਿੱਕੀ ਜੀ ਗੱਲ ਐਨ ਪੂਰੀ ਤਰ੍ਹਾਂ ਉੱਡ ਜਾਂਦੀ ਹੈ। ਪਿੰਡ 'ਚ ਉਹੀ ਗੱਲ ਆ ਬਾਈ, ਦੇਖੋ ਜਦੋਂ ਮੈਂ ਪੂਰਾ ਮਤਲਬ ਕਿ ਪੂਰਾ ਅਡਿਕਟ ਹੋ ਚੁੱਕਿਆ ਸੀ ਇਹ ਚੀਜ਼ ਦਾ, ਉਦੋਂ ਸਮਝ ਲਓ ਮੇਰਾ ਬਾਪੂ ਜਦੋਂ ਬਾਹਰ ਕਿਤੇ ਜਾਂਦਾ ਸੀਗਾ ਤੇ ਪਿੰਡ ਦੇ ਬੰਦੇ ਹਰੇਕ ਤਾਨਾ ਮਾਰਦਾ ਸੀ ਵੀ ਯਾਰ ਤੇਰਾ ਮੁੰਡਾ ਇਹ ਗਲਤ ਕੰਮੀ ਪੈ ਗਿਆ, ਉੱਥੇ ਪਿਆ ਹੁੰਦਾ ਉਹ ਮੁੰਡੇ ਨਾਲ ਸੂਏ ਤੇ ਸੁੱਖਾਂ ਮਲੀ ਜਾਂਦਾ ਸੀ, ਜਾਂ ਅੱਧੀ ਰਾਤ ਨੂੰ ਆਉਂਦਾ ਘਰੇ ਹਨਾ। ਮੈਨੂੰ ਲੱਗਦਾ ਕਿ ਕਿਸੇ ਪਿਓ ਨੂੰ ਕੋਈ ਇਹ ਗੱਲ ਕਹਿ ਦੇਵੇ ਤਾਂ ਮੈਨੂੰ ਲੱਗਦਾ ਇਹਦੇ ਤੋਂ ਵੱਧ ਪਿੰਡ ਦੇ ਵਿੱਚ ਕੋਈ ਹੱਦ ਤੱਕ ਵਾਲੀ ਗੱਲ ਨਹੀਂ ਹੁੰਦੀ ਹੈ ਨਾ। ਪੱਗ ਲੈਣ ਵਾਲੀ ਬਈ ਗੱਲ ਹੋ ਜਾਂਦੀ ਆ, ਐਡੀ ਗੱਲ ਕੋਈ ਕਹਿ ਦਿੰਦਾ ਤਾਂ। ਔਰ ਮੈਨੂੰ ਲੱਗਦਾ ਕਿ ਜਿਵੇਂ ਤੁਸੀਂ ਦੱਸਿਆ ਕਿ 4 ਭੈਣਾਂ ਤੇ ਤੁਸੀਂ ਸਭ ਤੋਂ ਛੋਟੇ ਭਰਾ ਹੋ, ਤਾਂ ਹੋਰ ਵੀ ਪਰਿਵਾਰ ਨੂੰ ਉੱਤੇ ਇੱਕ ਤਰ੍ਹਾਂ ਦੀ ਜ਼ਿੰਮੇਵਾਰੀ ਹੋਰ ਤਰ੍ਹਾਂ ਦੀ ਹੋ ਜਾਂਦੀ ਹੈ ਹਨਾ। ਉਹੀ ਗੱਲ ਆ, ਦੇਖੋ ਉਦੋਂ ਆਪਣਾ ਮੇਰਾ ਬਾਪੂ, ਹੁਣ ਮੈਨੂੰ ਚਲੋ ਗੱਲਾਂ ਪਤਾ ਲੱਗਦੀਆਂ ਨੇ ਘਰੋਂ ਕਿ ਉਹ ਮੇਰਾ ਬਾਪੂ ਬਾਹਰ ਜਾਣੋਂ ਹਟ ਗਿਆ ਸੀ ਬਾਈ, ਬਾਹਰ ਕਿਤੇ ਜਾ ਕੇ ਉਹ ਬੰਦਿਆਂ 'ਚ ਬੈਠਣੋਂ ਹਟ ਗਿਆ ਸੀਗਾ ਹਨਾ। ਤੇ ਉਹਨੇ ਖੇਤ ਆਉਣਾ, ਪੱਠੇ ਲਿਜਾਣੇ, ਸਿੱਧਾ ਘਰੇ ਵਗ ਜਾਣਾ, ਕਿਉਂਕਿ ਪਤਾ ਹੁੰਦਾ ਸੀ ਵੀ ਜੇ ਕਿਸੇ ਭੋਗ ਤੇ ਜਾਊ, ਕਿਸੇ ਵਿਆਹ ਸ਼ਾਦੀ ਜਾਊਗਾ ਤਾਂ ਉੱਥੇ ਅਗਲੇ ਨੇ ਇਹੀ ਗੱਲ ਤੋਰਨੀ ਵੀ ਹੋਰ ਤੇਰਾ ਮੁੰਡਾ ਠੀਕ ਆ ਜਾਂ ਕਿਵੇਂ ਆ, ਕੀ ਕਰਦਾ ਹੁੰਦਾ ਹੁਣ, ਕਿਉਂਕਿ ਉਦੋਂ ਬਾਈ ਫਿਰ ਬਹੁਤ ਹਨਾ ਸ਼ਰਮ ਗੱਲ ਹੋ ਜਾਂਦੀ ਹੈਗੀ ਆਪਣੇ ਮਾਂ ਪਿਓ ਲਈ। ਤੇ ਜਿਵੇਂ ਹੁਣ ਮੇਰੀ ਮੰਮੀ ਸੀ, ਉਹ ਬਾਈ ਐਂ ਬਾਹਰ ਜਾਂਦੀ ਸੀ, ਉਹਨੂੰ ਸਾਰੇ ਲੋਕਾਂ ਨੇ, ਬੁੜੀਆਂ ਨੇ ਕਹਿਣਾ ਵੀ ਹਾਂ ਤੇਰਾ ਮੁੰਡਾ ਗਲਤ ਕੰਮੀ ਪੈ ਗਿਆ, ਜੇ ਕਰਦਾ ਉਹ ਕਰਦਾ, ਬਹੁਤ ਮਤਲਬ ਕਿ ਲੋਕ ਬਾਈ ਭੜਕਾਉਂਦੇ ਵੀ ਸੀਗੇ ਵੀ ਤੂੰ ਆਪਦੇ ਮੁੰਡੇ ਮਿਹਣੇ ਜਿਵੇਂ ਹੁੰਦੇ ਆ, ਮਿਹਣੇ ਮਾਰਦੇ ਸੀ, ਕਹਿੰਦੇ ਤੂੰ ਆਪਦੇ ਮੁੰਡੇ ਨੂੰ ਉੱਥੇ ਸੈਂਟਰ ਛੱਡ ਦੋ, ਜੇ ਕਰ ਦੋ ਉਹ ਕਰ ਦੋ ਹਨਾ। ਬਟ ਦੇਖੋ ਬਾਈ ਮਾਂ ਪਿਓ ਨੂੰ ਹਨਾ ਬਹੁਤ ਔਖਾ ਹੁੰਦਾ ਆਪਦੇ ਹਨਾ ਪਿਓ ਨੂੰ ਮਤਲਬ ਕਿ ਆਪਦੇ ਮੁੰਡੇ ਨੂੰ ਦੂਰ ਕਰਨਾ। ਬਟ ਉਹਨਾਂ ਨੇ ਬਾਈ ਮੈਨੂੰ ਬਹੁਤ ਜ਼ਿਆਦਾ ਸਪੋਰਟ ਕੀਤੀ। ਮੇਰੀ ਸਿਸਟਰ ਆ ਨਿਊਜ਼ੀਲੈਂਡ, ਤੇ ਉਹਨਾਂ ਨੇ ਬਹੁਤ ਸਪੋਰਟ ਕੀਤੀ। ਉਹਨਾਂ ਨੂੰ ਮੈਂ ਸਾਰਿਆਂ ਨੂੰ, ਜਦੋਂ ਮੇਰਾ ਖਤਮ ਹੋ ਗਿਆ ਕੰਮ, ਮੈਂ ਸਾਰਿਆਂ ਨੂੰ ਦੱਸਤਾ ਵੀ ਹੁਣ ਤਾਂ ਚਾਹੁੰਦਾ ਮੈਨੂੰ ਜ਼ਹਿਰ ਦੀ ਗੋਲੀ ਦੇ ਕੇ ਮਾਰ ਦੋ, ਵੀ ਇਹ ਤੋਂ ਬਾਅਦ ਮੈਂ ਹੁਣ ਕੁਛ ਨਹੀਂ ਕਰ ਸਕਦਾ। ਤਾਂ ਬਾਈ ਉਦੋਂ ਮੇਰੇ ਸਾਰਿਆਂ ਨੇ, ਫੈਮਿਲੀ ਨੇ ਸਪੋਰਟ ਕੀਤੀ ਵੀ ਕੋਈ ਨਹੀਂ ਤੂੰ, ਅਸੀਂ ਤੇਰੇ ਨਾਲ ਆਂਗੇ, ਤੂੰ ਵਧੀਆ ਕੰਮ ਕਰ। ਮੁੜ ਕੇ ਖੁਰਾਕ ਵਧੀਆ ਦਿੱਤੀ ਮੈਨੂੰ। ਇਹ ਭੈਣਾਂ ਨੇ ਵੀ ਪੂਰਾ ਸਹਿਯੋਗ ਕੀਤਾ, ਕਿਉਂਕਿ ਵੀਡੀਓ ਦੇ ਵਿੱਚ ਵੀ ਤੁਹਾਡੇ ਇੱਕ ਸਿਸਟਰ ਨਜ਼ਰ ਆਉਂਦੇ ਹੁੰਦੇ ਨੇ ਹਨਾ। ਹਾਂ ਬਾਈ, ਉਹ ਅਸੀਂ ਬਾਈ ਟਵਿਨਸ ਆਂਗੇ, ਤੇ ਉਹਨਾਂ ਨੇ ਬਾਈ ਬਹੁਤ ਸਪੋਰਟ ਕੀਤੀ ਆ ਮੇਰੀ ਸਿਸਟਰ ਨੇ। ਕਿਉਂਕਿ ਬਾਈ ਦੇਖੋ ਜਦੋਂ ਮੈਂ ਸ਼ੁਰੂਆਤ ਕੀਤੀ ਸੀ ਨਾ ਇਹ ਚੀਜ਼ ਦੀ ਵੀ ਹੁਣ ਮੈਂ ਹਾਂ ਚਲੋ ਵਧੀਆ ਬਣਾਂਗਾ, ਤਾਂ ਫੈਮਿਲੀ ਨੇ, ਮੇਰੇ ਮੰਮੀ ਡੈਡੀ ਨੇ, ਭੈਣਾਂ ਨੇ ਮੈਨੂੰ ਵਧੀਆ ਰੁਪਏ ਦਿੱਤੇ ਵੀ ਤੂੰ ਜਿਹੜਾ ਕੋ ਖਾਣਾ ਖਾ। ਡੇਲੀ ਮੈਂ 1000 ਰੁਪਇਆ ਮੰਗ ਲੈਣਾ, ਪਹਿਲਾਂ ਚਲੋ ਚਿੱਟੇ ਨੂੰ ਮੰਗਦਾ ਹੁੰਦਾ ਸੀਗਾ ਡੇਲੀ 1000 ਰੁਪਇਆ, ਉਦੋਂ ਬਾਅਦ 'ਚ ਇਹ ਚੀਜ਼ ਨੂੰ ਮੰਗਣ ਲੱਗ ਗਿਆ। ਘਰਦਿਆਂ ਨੇ ਮੈਨੂੰ ਸਾਲ 2 ਸਾਲ ਤੱਕ ਵਧੀਆ ਮੈਨੂੰ ਹਨਾ ਵੀ ਤੂੰ ਜਿਹੜਾ ਕੋਈ ਚੀਜ਼ ਖਾਣੀ ਆ ਖਾ, ਆਪਦੇ ਸ਼ੌਂਕ ਪੂਰੇ ਕਰ। ਮੈਨੂੰ ਕੋਈ ਵੀ ਸ਼ੌਂਕ, ਮੈਂ ਕਹਿੰਦਾ ਸੀ ਬੁਲਟ ਲੈਣਾ, ਜੇ ਵੀ ਚੀਜ਼ ਲੈਣੀ ਆ, ਤਾਂ ਸਾਰੇ ਸ਼ੌਂਕ ਮੇਰੇ ਪੂਰੇ ਕੀਤੇ। ਦੇਖੋ ਜੀ ਹਨਾ ਆਪਾਂ ਨੂੰ ਫੈਮਿਲੀ ਤਾਂ ਸਪੋਰਟ ਹੁੰਦੀ ਹੋਈ ਹੈਗੀ, ਬਟ ਦੇਖੋ ਜੀ ਇੱਕ ਇਹੋ ਜਿਹਾ ਸ਼ਖਸ ਸੀਗਾ ਜਿਨ੍ਹਾਂ ਦੀ ਹਨਾ ਮੈਨੂੰ ਬਾਹਰੋਂ ਵੀ ਬਹੁਤ ਜ਼ਿਆਦਾ ਸਪੋਰਟ ਰਹੀ ਹੈਗੀ। ਉਹ ਮੇਰੇ ਟੀਚਰ ਸੀਗੇ, ਉਹਨਾਂ ਦਾ ਨਾਮ ਗੁਰਵਿੰਦਰ ਕੌਰ ਸੀਗਾ, ਤੇ ਉਹਨਾਂ ਨੇ ਜੀ ਮੈਨੂੰ ਬਹੁਤ ਜ਼ਿਆਦਾ ਮਤਲਬ ਕਿ ਟੀਚਰ ਨਾਲੋਂ ਵੱਧ ਕੇ ਵੀ ਇੱਕ ਫਰੈਂਡ ਦੇ ਤੌਰ 'ਤੇ, ਮੇਰਾ ਫਰੈਂਡ ਬਣ ਕੇ ਮੇਰੇ ਨਾਲ ਹਨਾ ਉਹਨਾਂ ਨੇ ਮੇਰੀ ਮਦਦ ਕੀਤੀ, ਮੈਨੂੰ ਮੋਟੀਵੇਟ ਕਰਦੇ ਸੀ, ਮਾੜੇ ਟਾਈਮ 'ਚ ਮੇਰੇ ਨਾਲ ਸਾਥ ਰਹੇ ਆ, ਠੀਕ ਆ ਜੀ, ਤੇ ਚੰਗੇ ਟਾਈਮ 'ਚ ਵੀ ਉਹ ਮੇਰੇ ਨਾਲ ਨੇ, ਤੇ ਉਹਨਾਂ ਦਾ ਵੀ ਮੈਂ ਬਹੁਤ ਬਹੁਤ ਥੈਂਕ ਯੂ ਕਰਦਾ ਹੈ ਨਾ। ਮੈਨੂੰ ਇਹ ਲੱਗਦਾ ਗਾ ਜੀ ਵੀ ਹੈ ਨਾ, ਜੇ ਉਹ ਮੇਰੇ ਨਾਲ ਨਾ ਹੁੰਦੇ ਨਾ ਉਸ ਮੇਰੇ ਮਾੜੇ ਟਾਈਮ 'ਚ, ਤਾਂ ਸ਼ਾਇਦ ਮੈਂ ਅੱਜ ਇਹ ਜਗ੍ਹਾ 'ਤੇ ਨਹੀਂ ਹੋਣਾ ਸੀ। ਕਿਉਂਕਿ ਕੋਈ ਵੀ ਮੈਂ ਨਸ਼ਾ ਕੀਤਾ ਜਾਂ ਕੁਛ ਵੀ ਕਿਸੇ ਵੀ ਤਰ੍ਹਾਂ ਦੀ ਪ੍ਰੋਬਲਮ 'ਚ ਫਸਿਆ ਤਾਂ ਉਹਨਾਂ ਨੇ ਮੇਰਾ ਹਮੇਸ਼ਾ ਸਾਥ ਦਿੱਤਾ ਗਾ, ਕਿ ਮੈਨੂੰ ਸਮਝਾਇਆ ਕਿ ਤੁਸੀਂ ਇੱਦਾਂ ਨਹੀਂ ਹੁੰਦਾ, ਇੱਦਾਂ ਹੁੰਦਾ, ਮਤਲਬ ਕਿ ਫਰੈਂਡਲੀ ਤੌਰ 'ਤੇ ਮੇਰਾ ਬਹੁਤ ਜ਼ਿਆਦਾ ਸਾਥ ਦਿੱਤਾ ਗਾ ਜੀ। ਤੇ ਉਹਨਾਂ ਦਾ ਮੈਂ ਜ਼ਿਕਰ ਜ਼ਰੂਰ ਇਸ ਕਰਕੇ ਕਰ ਰਿਹਾ, ਤੇ ਉਹਨਾਂ ਦਾ ਮੈਂ ਟੈਟੂ ਵੀ ਬਣਾਇਆ ਗਾ ਆਪਣੇ ਸ਼ੋਲਡਰ 'ਤੇ, ਮੋਟੀਵੇਸ਼ਨਲ ਗੁਰੀ। ਤੇ ਥੈਂਕ ਯੂ ਜੀ।
ਤੇ ਬਟ ਚਲੋ ਹੁਣ ਬਾਈ ਵਾਹਿਗੁਰੂ ਨੇ ਇੰਨੇ ਕੁ ਜੋਗੇ ਕਰਤੇ ਕਿ ਹੁਣ ਚਲੋ ਆਪਾਂ ਆਪਦੇ ਰੁਪਈਏ ਕਮਾਉਣ ਲੱਗ ਗਏ। ਹੁਣ ਆਪਾਂ ਬਾਪੂ ਦੇ ਸ਼ੌਂਕ ਪੂਰੇ ਕਰੀਦੇ। ਹੁਣ ਆਪਣੇ ਕੋਲ ਕਾਰ ਹੈ ਨਹੀਂ ਸੀ ਬਾਈ, ਤੇ ਹੁਣ ਮੈਂ ਆਪਦੀ ਪਹਿਲੇ ਮਹੀਨੇ ਦੀ ਤਨਖਾਹ 'ਚੋਂ ਗੱਡੀ ਲੈਣੀ ਆਗੀ ਸਵਿਫਟ। ਤੇ ਇਹ ਗੱਲਾਂ ਚਲੋ ਹੌਲੀ ਹੌਲੀ ਲੋਕ ਬਾਹਰ ਉੱਧਰ ਹੁਣ ਜਦੋਂ ਡੈਡੀ ਜਾਂਦੇ ਆਗੇ ਲੋਕ ਗੱਲਾਂ ਕਰਦੇ ਵੀ ਤੇਰਾ ਮੁੰਡਾ ਉੱਥੇ ਟੂਰਨਾਮੈਂਟ ਸਨਮਾਨ ਕੀਤਾ, ਅੱਜ ਅਸੀਂ ਵੀਡੀਓ ਦੇਖਦੇ ਆ ਤੇ ਵੀ ਉਹ ਤੇਰਾ ਮੁੰਡਾ ਜਾਂ ਪੁੱਛਦੇ ਆ। ਇੱਕ ਜਿਵੇਂ ਇਹਨੇ ਟੂਰਨਾਮੈਂਟ ਦੀ ਸੁੱਖ ਨੇ ਗੱਲ ਕੀਤੀ ਆ, ਕਬੱਡੀ ਟੂਰਨਾਮੈਂਟਾਂ ਤੇ ਬਾਈ ਪੇਡ ਜਾਂਦਾ ਹੈ ਨਾ ਬਾਈ, ਤੁਹਾਨੂੰ ਪੇਮੈਂਟ ਕਰਦੇ ਆ ਤੁਸੀਂ ਤਾਂ ਜਾਂਦੇ ਹੋ। ਇਹ ਵੀ ਬਹੁਤ ਵੱਡੀ ਪ੍ਰਾਪਤੀ ਆ ਉਹ ਦੁਨੀਆ ਚੋਂ ਨਿਕਲ ਕੇ ਅੱਜ ਉਸ ਜਗ੍ਹਾ ਤੇ ਉਹਨਾਂ ਲੋਕਾਂ ਦੇ ਵਿੱਚ ਬਹਿਣਾ ਜਿਹੜੇ ਸਨਮਾਨਿਤ ਲੋਕ ਨੇ। ਹਾਂਜੀ ਹਾਂ ਸਹੀ ਗੱਲ ਆ ਬਾਈ। ਜਦੋਂ ਉੱਥੇ ਜਾਂਦੇ ਹੁਣ ਟੂਰਨਾਮੈਂਟ ਤੇ ਮੈਂ ਵੀਡੀਓ ਵੀ ਪਾਈਆਂ ਨੇ, ਤੇ ਜਦੋਂ ਬੱਸ ਜਾ ਗੱਡੀ 'ਚ ਉਤਰੀਦਾਗਾ ਤੇ ਲੋਕ ਆਏ ਬਹੁਤ ਮਿਲਦੇ ਆ ਬਾਈ, ਫੋਟੋ ਖਿਚਾਉਣੀ ਸੁੱਖ ਜੌਲ ਆਇਆਗਾ। ਕਈ ਟੂਰਨਾਮੈਂਟ ਦੇ ਲੋਕਾਂ ਨੂੰ ਇੰਤਜ਼ਾਰ ਵੀ ਰਹਿੰਦਾ ਬਾਈ ਸੁੱਖ ਜੌਲ ਆਉਣ ਵਾਲਾ ਗਾ, ਉਹਦੇ ਸਟੰਟ ਦੇਖਾਂਗੇ। ਮੈਂ ਨਾਲ ਕਹੂੰਗਾ ਵਿੱਕੀ ਨੂੰ ਦਿਖਾਵੇ, ਇਹ ਬਾਈ ਦਾ ਆਪਣਾ ਇੱਕ ਕਹਿ ਲਓ ਦੇਸੀ ਜਿਮ ਬਣਾਇਆ ਹੋਇਆ, ਜੋ ਵੀ ਤੁਸੀਂ ਕਹਿ ਲਓ। ਆ ਬੋਤਲਾਂ ਪਈਆਂ ਨੇ। ਅੱਛਾ ਬਾਈ ਇਹ ਕੀ ਰਾਜ ਆਪਣੇ ਵਾਸਤੇ ਰੱਖਿਆ ਹੋਇਆ ਪਾਣੀ ਇਹ ਸਾਰਾ? ਨਹੀਂ ਬਾਈ ਆਪਣੇ ਵਾਸਤੇ ਨਹੀਂ, ਇੱਥੇ ਮੁੰਡੇ ਆਪਣੇ ਕੋਲ ਵਰਕਆਊਟ ਕਰਨ ਆਉਂਦੇ ਨੇਗੇ ਤੇ ਉਹ ਉਹਨਾਂ ਦੇ ਲਈ ਪਾਣੀ ਦੀ ਉਹ ਰੱਖਿਆ ਹੋਇਆ ਵੀਰੇ। ਮੁੰਡੇ ਇੱਥੇ ਮਿਹਨਤ ਕਰਨ ਆਉਂਦੇ ਤਾਂ ਨਾ ਤੁਸੀਂ ਸਿਰਫ ਆਪ ਉਹਨਾਂ ਹਾਲਾਤਾਂ ਚੋਂ ਨਿਕਲੇ ਹੋ, ਤਾਂ ਹੁਣ ਵੀ ਮਤਲਬ ਹੋਰ ਵੀ ਮੋਟੀਵੇਟ ਕਰ ਰਹੇ। ਹਾਂਜੀ ਹਾਂ ਬਾਈ ਮੈਂ ਬਹੁਤ ਮੋਟੀਵੇਟ ਕਰਦਾਗਾ। ਬਾਕੀ ਇੰਸਟਾਗ੍ਰਾਮ ਤੇ ਜੋ ਮੈਨੂੰ ਵੀਰ ਕਹਿੰਦੇ ਹਨਾ ਵੀ ਅਸੀਂ ਪ੍ਰੋਬਲਮ 'ਚ ਆ ਜਾਂ ਵਿੱਚ ਬਾਈ ਬਹੁਤ ਲੋਕਾਂ ਨੂੰ ਨਾ ਮੈਂ ਪਹਿਲਾਂ 2 ਸਾਲ ਤੱਕ ਮੈਂ ਫ੍ਰੀ ਡਾਈਟ ਪਲਾਨ ਦਿੱਤਾ ਸਭ ਨੂੰ ਕਿ ਸਭ ਦੀ ਮਦਦ ਹੋ ਸਕੇ ਹਨਾ। ਹੁਣ ਵੀ ਮੈਂ ਵਿੱਚ ਬਹੁਤ ਨੂੰ ਜੋ ਕਹਿੰਦੇ ਆ ਬਾਈ ਅਸੀਂ ਗਰੀਬ ਆ ਜਾਂ ਕਿਵੇਂ ਵੀ ਆ, ਮੈਂ ਉਹਨਾਂ ਨੂੰ ਫ੍ਰੀ ਡਾਈਟ ਪਲਾਨ ਉਹਨਾਂ ਲਈ ਮੇਰਾ। ਹਾਂਜੀ ਠੀਕ ਹੈ। ਤਾਂ ਬਿਲਕੁਲ ਇਹ ਸੁੱਖ ਜੋਹਲ ਦਾ ਦੇਸੀ ਸਾਰਾ ਕੁਝ ਬਾਈ ਨੇ ਰੱਖਿਆ, ਤਾਂ ਬਹੁਤ ਮੈਨੂੰ ਖੁਦ ਨੂੰ ਬਹੁਤ ਬਾਈ ਵਧੀਆ ਲੱਗਿਆ ਤੇਰੇ ਨਾਲ ਮਿਲ ਕੇ। ਤਾਂ ਇਹ ਤੁਸੀਂ ਦੇਖੋ ਬਾਈ ਦਾ ਘਰ ਵੀ ਤੁਹਾਨੂੰ ਦਿਖਾਉਂਦੇ ਆ, ਤਾਂ ਉੱਥੇ ਵੀ ਗੱਲਬਾਤ ਕਰਦੇ ਆ ਤਾਂ ਬਾਈ ਇੱਥੇ ਆਉਂਦਾ। ਤੁਸੀਂ ਦੇਖੋ ਹਰ ਉਹ ਤਰ੍ਹਾਂ ਦਾ ਸਮਾਨ ਰੱਖਿਆ ਹੋਇਆ ਜੋ ਬਿਲਕੁਲ ਬੇਸਿਕ ਚੀਜ਼ਾਂ ਨੇ। ਤਾਂ ਉਹ ਦੂਰ ਜੇ ਤੁਸੀਂ ਦਿਖੇ ਤੁਹਾਨੂੰ ਤਾਂ ਉਹ ਬਾਈ ਦਾ ਗਰਾਊਂਡ ਆ ਜਿੱਥੋਂ ਅਸੀਂ ਆਏ ਆ, ਖੇਤਾਂ ਦੇ ਵਿੱਚ ਥੋੜ੍ਹੀ ਬਣਾਇਆ ਹੋਇਆ ਬਾਈ ਹੋਰਾਂ ਨੇ। ਤਾਂ ਇਹ ਚੀਜ਼ਾਂ ਕੀਤੀਆਂ ਨੇ। ਤਾਂ ਬਾਈ ਦੇ ਪਰਿਵਾਰ ਨਾਲ ਵੀ ਮਿਲਾਵਾਂਗੇ, ਬਾਈ ਦੇ ਮਦਰ ਫਾਦਰ ਬਾਈ ਦੀ ਸਿਸਟਰ ਦੇ ਨਾਲ ਮਿਲਾਵਾਂਗੇ, ਕਿਉਂਕਿ ਫੈਮਿਲੀ ਦੀ ਸਪੋਰਟ ਤੋਂ ਬਿਨਾਂ ਮੈਨੂੰ ਨਹੀਂ ਲੱਗਦਾ ਕਿ ਬੰਦਾ ਕਿਸੇ ਵੀ ਤਰ੍ਹਾਂ ਦੇ ਹਾਲਾਤ ਦੇ ਵਿੱਚੋਂ ਨਿਕਲ ਸਕਦਾ ਹੋਊਗਾ। ਸੋ ਬਿਲਕੁਲ ਸੁੱਖ ਜੋਹਲ ਹੋਰਾਂ ਦੇ ਨਾਲ ਲਗਾਤਾਰ ਗੱਲ ਕੀਤੀ ਤਾਂ ਤੁਸੀਂ ਬਾਈ ਦੀ ਪਰਫਾਰਮੈਂਸ ਵੀ ਦੇਖੀ ਆ, ਤਾਂ ਉਹ ਵੀ ਪੱਖ ਦੀ ਗੱਲ ਕੀਤੀ ਹੈ ਕਿ ਕਿਹੜੇ ਹਾਲਾਤਾਂ ਚੋਂ ਬਾਈ ਨਿਕਲ ਕੇ ਇੱਥੇ ਤੱਕ ਪਹੁੰਚਿਆ, ਕਿਵੇਂ ਉਹਨਾਂ ਚੁਣੌਤੀਆਂ ਦਾ ਮੁਕਾਬਲਾ ਕੀਤਾ। ਬਾਈ ਦਾ ਪਰਿਵਾਰ ਆ, ਹੁਣ ਬਾਈ ਦੇ ਘਰੇ ਆ ਅਸੀਂ, ਤੁਸੀਂ ਇੱਕ ਪਰਫਾਰਮੈਂਸ ਦੇਖ ਲਿਆ। ਬਾਈ ਦੇ ਫਾਦਰ ਨੇ, ਮਦਰ ਨੇ, ਬਾਈ ਦੀ ਸਿਸਟਰ ਨੇ, ਛੋਟੇ ਆ ਵੱਡੇ ਮੈਨੂੰ ਨਹੀਂ ਪਤਾ। ਇਹਨਾਂ ਨੇ ਜਿਵੇਂ ਉਹ ਲਿਖਿਆ ਵੀ ਹੋਇਆ ਸੀਗਾ ਨਾਮ, 3 ਭੈਣਾਂ ਦਾ ਛੋਟਾ ਭਰਾ ਵਾ ਬਾਈ। ਤੇ ਆਂਟੀ ਤੋਂ ਇੱਕ ਚੀਜ਼ ਪੁੱਛਦੇ ਆ ਪਹਿਲਾਂ। ਅੱਛਾ ਆਂਟੀ, ਤੁਸੀਂ ਉਹ ਸਾਰੇ ਦੌਰ ਹੰਡਾਇਆ ਹੈ ਨਾ, ਜਿਹੜੇ ਜਿਵੇਂ ਬਾਈ ਨੇ ਦੱਸਿਆ ਵਾ, ਇੱਕ ਮਾਪਿਆਂ ਦੇ ਲਈ ਬਹੁਤ ਔਖਾ ਹੁੰਦਾ। ਇੱਕ ਆਮ ਜੇ ਘਰ ਦੇ ਵਿੱਚ ਆਮ ਹਾਲਾਤਾਂ ਦੇ ਵਿੱਚ ਹੈ ਨਾ, ਜੋ ਇਸ ਤਰ੍ਹਾਂ ਦੀਆਂ ਚੀਜ਼ਾਂ ਆ ਜਾਂਦੀਆਂ ਨੇ, ਕਿਉਂਕਿ ਨਸ਼ੇ ਨੇ ਕਈ ਘਰ ਬਰਬਾਦ ਕਰਤੇ। ਤਾਂ ਵੱਡੀ ਗੱਲ ਇਹ ਹੈ, ਮੈਂ ਇਹੀ ਚੀਜ਼ ਕਰਕੇ ਆਇਆ ਸੀਗਾ ਕਿ ਬਾਈ ਦੀ ਜਿਹੜੀ ਸਟੋਰੀ ਆ ਬਹੁਤ ਲੋਕਾਂ ਨੂੰ ਇੰਸਪਾਇਰ ਕਰੂਗੀ, ਔਰ ਇੰਸਪਾਇਰ ਕਰੂਗੀ ਸ਼ਾਇਦ ਕਿਸੇ ਦਾ ਪੁੱਤ, ਕਿਸੇ ਦੀ ਧੀ ਬਚ ਜਾਵੇ। ਤਾਂ ਹੀ ਤਾਂ ਕਹਿੰਦੇ ਪੁੱਤ, ਇਹਦਾ ਗੱਲ ਪਹਿਲਾਂ ਹੀ। ਹਾਂ ਬਹੁਤ ਵਧੀਆ ਚੱਲ ਮੈਂ ਸਾਡੀ ਬਾਹ ਫੜੀ ਆ ਮਹਾਰਾਜ ਨੇ, ਆਪਾਂ ਕਹਿੰਦੇ ਕੁੱਲ ਦੀ ਫੜੇ, ਸਾਡਾ ਬੱਚਾ ਇੱਥੇ ਪਹੁੰਚ ਗਿਆ। ਹਾਂ ਅੱਛਾ ਮਾਣ ਹੁੰਦਾ ਹੁਣ ਜਦੋਂ ਇੰਸਟਾਗ੍ਰਾਮ ਵੀ ਦੇਖਦੇ ਹੋ, ਮਿਲੀਅਨ ਦੇ ਵਿੱਚ ਵਿਊ ਜਾਂਦੇ ਆ। ਬਹੁਤ ਦੇਖਦੇ ਆ, ਬਹੁਤ ਮਨ ਖੁਸ਼ ਹੁੰਦਾ ਦੇਖ ਕੇ ਜਦੋਂ ਮੈਂ ਦੇਖਦੀ ਆ। ਹਾਂਜੀ ਅੱਛਾ ਇੱਕ ਟਾਈਮ ਸੀਗਾ ਕਹਿੰਦੇ ਕਿ ਲਾਮੇ ਆਉਂਦੇ ਹੁੰਦੇ ਸੀਗੇ, ਤਾਂ ਹੁਣ ਲੋਕ ਤਾਰੀਫਾਂ ਕਰਦੇ ਆ ਹੈ ਨਾ, ਲੋਕ ਕਹਿੰਦੇ ਆ ਕਿ ਲੋਕ ਤਾਂ ਬਹੁਤ ਕੁਝ ਕਹਿੰਦੇ ਸੀ ਸਾਨੂੰ ਇੱਥੋਂ ਹਟਾ ਲਓ, ਐਂ ਕਰ ਲਓ, ਐਂ ਕਰ ਲਓ। ਐਸੇ ਕਿ ਕੋਈ ਨਹੀਂ ਕਰੀ ਜਾਣ ਦੇ, ਇਹਨੂੰ ਆਪਦਾ ਮਨ ਖੁਸ਼ ਕਰ ਲੈਣ ਦੇ, ਅੱਛਾ ਆਪਦੀ ਵੀ ਕਰ ਲੈਣ ਦੇ ਪੂਰੀਆਂ, ਕੋਈ ਗੱਲ ਨਹੀਂ। ਹੁਣ ਤੁਹਾਡਾ ਮਨ ਖੁਸ਼ ਹੈ ਜਦੋਂ ਦੇਖਦੇ ਹੋ? ਹਾਂਜੀ ਬਹੁਤ ਖੁਸ਼ ਆ ਜਿੰਨਾ ਵੀ ਕਹਿ ਦੂੰ। ਹਾਂ ਅੱਛਾ ਇਹ ਸਭ ਤੋਂ ਛੋਟਾ ਵਾ ਸੁੱਖ? ਹਾਂ ਛੋਟਾ ਸਾਰਾ ਤੋਂ ਗੁੱਡੀਆਂ ਤੇ ਆ ਗੁੱਡੀ ਤੋਂ ਛੋਟਾ ਹੀ, ਜੋੜੇ ਬੱਚੇ ਆ ਦੋਨੇ। ਹਾਂਜੀ ਹਾਂ ਇਹ ਦੋ, ਇੱਕ ਬਾਹਰ ਗਈ ਵੀ ਆ, ਇੱਕ ਇੱਧਰ ਵੀ ਵੀ, ਇੱਕ ਬਾਹਰ ਗਈ ਵੀ ਆ। ਹਾਂ 2 ਕੁਮਾਰੀਆਂ, ਇੱਕ ਪੜਾਉਣ ਗਈ ਵੀ ਆ। ਅੱਛਾ ਹਾਂ ਤੇ ਹੁਣ ਜਦੋਂ ਅੱਛਾ ਇੱਕ ਚੀਜ਼ ਇਹ ਵੀ ਆ, ਜਿਵੇਂ ਸੁੱਖ ਨੇ ਦੱਸਿਆ ਕਿ ਮੈਂ ਆਹ ਚੀਜ਼ ਨਹੀਂ ਖਾਂਦਾ, ਆਹ ਨਹੀਂ ਖਾਂਦਾ, ਕਹਿੰਦਾ ਜੇ ਘਰੇ ਆਲੂ ਵਾਲੇ ਪਰੌਂਠੇ ਬਣਦੇ ਆ ਮੈਂ ਉਹ ਨਹੀਂ ਖਾਂਦਾ, ਪਕੌੜੇ ਬਣਦੇ ਆ ਮੈਂ ਉਹ ਨਹੀਂ ਖਾਂਦਾ, ਕਦੇ ਧੱਕਾ ਕਰਦੇ ਹੋ ਕਿ ਨਹੀਂ ਖਾ ਲਾ ਥੋੜਾ ਜਿਹਾ? ਬਹੁਤ ਕਹਿੰਦੀ ਆ ਵੀ ਤੂੰ ਪੁੱਤ ਕਾਹਤੋਂ ਛੱਡਦਾ ਹੈਗਾ, ਕਹਿੰਦਾ ਨਹੀਂ ਮੈਂ ਖਾਣਾ। ਅਸੀਂ ਸਾਰੇ ਇਹ ਬਣਾ ਖਾਂਦੀਆਂ ਬੱਚੀਆਂ, ਤੇ ਇਹ ਕਹਿੰਦਾ ਨਹੀਂ ਮੈਂ ਖਾਣਾ ਹੀ ਨਹੀਂ ਹੈਗਾ, ਕਿਤੇ ਵਗ ਜੇ ਖਾਣਾ ਹੀ ਨਹੀਂ ਹੈਗਾ, ਇਹਨੇ ਕੋਈ ਜਮੀ ਨਹੀਂ ਖਾਣਾ ਕੁਛ ਵੀ। ਹਾਂਜੀ ਅੱਛਾ ਤੁਸੀਂ ਸਿਸਟਰ ਹੋ ਇਹਨਾਂ ਦੇ ਹੈ ਨਾ, ਨਾਮ ਵੀ ਲਿਖਾਇਆ ਹੋਇਆ ਤੇ ਤੁਸੀਂ ਵੀਡੀਓ ਦੇ ਵਿੱਚ ਵੀ ਆਉਂਦੇ ਹੋ। ਜਦੋਂ ਇੱਕ ਭਰਾ ਦਾ ਜਦੋਂ ਐਡੀ ਦੁਨੀਆ ਦੇ ਵਿੱਚ ਨਾਮ ਹੋ ਜਾਂਦਾ ਹੈ ਨਾ, ਜਿਵੇਂ ਚਾਹੇ ਮੈਂ ਕਹਿੰਦਾ ਚਾਹੇ ਮੇਨ ਸਟਰੀਮ ਦੇ ਵਿੱਚ ਲੋਕ ਸ਼ਾਇਦ ਸਮਝਦੇ ਹੋਣ ਕਿ ਮੈਂ ਸਿੰਗਰ ਮਸ਼ਹੂਰ ਹੋ ਜਾਂਦੇ ਨੇ, ਪਰ ਜਿਹੜਾ ਆਹ ਮਸ਼ਹੂਰੀ ਆ ਵਰਬਲ ਐਡ ਹੁੰਦੀ ਹੈ, ਜਿਵੇਂ ਮੈਂ ਇੱਥੇ ਪਹੁੰਚਿਆ ਜਾਂ ਇੰਸਟਾ ਦੇ ਉੱਤੇ ਇੰਨੇ ਫੋਲੋਵਰਸ ਹੋ ਜਾਂਦੇ ਨੇ, ਜਾਂ ਇਹ ਚੀਜ਼ਾਂ ਹੁੰਦੀਆਂ ਨੇ। ਤੁਸੀਂ ਇਹਦਾ ਨਾਲ ਰਹੇ ਹੋ, ਦੇਖਿਆ ਸਾਰਾ ਉਹ ਦੌਰ ਵੀ ਦੇਖਿਆ, ਹੁਣ ਵੀ ਦੇਖਿਆ ਵਾ। ਮੋਟੀਵੇਟ ਕਿਹੜੀਆਂ ਚੀਜ਼ਾਂ ਕੀਤੀਆਂ?
ਮੋਟੀਵੇਟ ਬਹੁਤ ਕਿ ਕਿਸੇ ਨੂੰ ਇਦਾਂ ਮਤਲਬ ਕਿ ਜੇ ਕੋਈ ਮੈਂ ਸੈਡ ਵੀ ਹੋਵਾਂ ਤਾਂ ਮੈਨੂੰ ਕਹਿੰਦਾ ਹੁੰਦਾ ਕਿ ਮੋਟੀਵੇਟ ਹੋ, ਮਤਲਬ ਕਿ ਕੋਈ ਵੀ ਇਦਾਂ ਨਾ ਸੋਚ ਕੇ ਹਾਂ ਮੈਨੂੰ ਆਹ ਚੀਜ਼ ਮਿਲੀ ਨਹੀਂ ਐ ਕਿ ਚੀਜ਼ਾਂ 'ਚ ਨਾ ਖੁਸ਼ੀ ਲੱਭਿਆ ਕਰ, ਕਿ ਬਸ ਮੋਟੀਵੇਟ ਹੋ ਕੇ ਹਾਂ ਮੈਂ ਆਹ ਚੀਜ਼ ਕੋਈ ਫੋਕਸ ਰੱਖਿਆ ਇੱਕ ਚੀਜ਼ ਤੇ ਕਿ ਮੈਂ ਆਹ ਚੀਜ਼ ਕਰਨੀ ਆ, ਕਿ ਚੀਜ਼ਾਂ 'ਚ ਖੁਸ਼ੀ ਨਹੀਂ ਮਿਲਦੀ ਹੁੰਦੀ, ਕਿ ਆਪਣੇ ਮੰਮੀ ਡੈਡੀ ਨੂੰ ਖੁਸ਼ ਰੱਖੇ ਇਹ ਚੀਜ਼ 'ਚ ਜ਼ਿਆਦਾ ਖੁਸ਼ੀ ਮਿਲਦੀ ਆ ਜਾਂਦਾ। ਠੀਕ ਹੈ, ਚੀਜ਼ਾਂ ਦੇ ਵਿੱਚ ਨਹੀਂ ਖੁਸ਼ੀ ਲੱਭਣੀ ਚਾਹੀਦੀ। ਸੋ ਬਿਲਕੁਲ ਇਹ ਪਰਿਵਾਰ ਦੇ ਨਾਲ ਗੱਲ ਕਰ ਰਹੇ ਹਾਂ। ਅੰਕਲ ਨਾਲ ਵੀ ਗੱਲ ਕਰੀਏ। ਅੰਕਲ ਮੈਨੂੰ ਸੁੱਖ ਥੋੜਾ ਜਿਹਾ ਅੰਕਲ ਉਧਰ ਹੋ, ਮੈਨੂੰ ਅੰਕਲ ਸੁੱਖ ਦੱਸ ਰਿਹਾ ਸੀਗਾ ਕਿ ਜਦੋਂ ਪਿੰਡ ਦੇ ਵਿੱਚ ਲਾਮੇ ਵੀ ਇੱਦਾਂ ਦੇ ਆਉਂਦੇ ਸੀਗੇ, ਤੁਹਾਨੂੰ ਲੋਕ ਲਾਮੇ ਦੇ ਦਿੰਦੇ ਸੀ, ਤੁਸੀਂ ਕਿਤੇ ਕਿਸੇ ਵਿਆਹ ਤੇ ਚਲੇ ਗਏ, ਭੋਗ ਤੇ ਚਲੇ ਗਏ, ਤੁਸੀਂ ਕਈ ਵਾਰੀ ਘੱਟ ਵੀ ਕਰਤਾ ਸੀ ਜਾਣਾ ਕਿ ਯਾਰ ਨਹੀਂ, ਤਾਂ ਹੁਣ ਅੰਕਲ ਬਿਲਕੁਲ ਹੀ ਸਿੱਕੇ ਦਾ ਪਹਿਲੂ ਹੀ ਬਦਲ ਗਿਆ ਹੈ ਨਾ, ਦੌਰ ਹੀ ਬਦਲ ਗਿਆ। ਹੁਣ ਤਾਂ ਸਲਾਹ ਲੈਣ ਦੇ ਵੀ, ਜਿਵੇਂ ਪੰਜਾਬੀ 'ਚ ਕਹਿੰਦੇ ਸਲਾਹ ਲੈਣ ਦੇ ਵੀ ਬੰਦਾ ਪੈਸੇ ਲੈਂਦਾ, ਤਾਂ ਸੁੱਖ ਉਹੀ ਚੀਜ਼ ਆ ਜਿਹੜੇ ਡਾਈਟ ਪਲਾਨ ਜਾਂ ਜਿਹੜੀ ਲੋਕਾਂ ਨੂੰ ਦੱਸਦਾ ਕਿ ਤੁਸੀਂ ਆਪਣੀ ਬੋਡੀ ਨੂੰ ਫਿੱਟ ਕਿਵੇਂ ਰੱਖਣਾ, ਪੈਸੇ ਲੈਂਦਾ ਸੁੱਖ। ਤਾਂ ਹੁਣ ਮਾਣ ਮਹਿਸੂਸ ਹੁੰਦਾ ਵਾ ਇਹ ਚੀਜ਼ਾਂ ਦਾ? ਹਾਂਜੀ, ਪੂਰਾ ਮਨ ਖੁਸ਼ ਹੁੰਦਾ। ਲੋਕ ਬਹੁਤ ਕੁਝ ਕਹਿੰਦੇ ਸੀ ਵੀ ਇਸ ਤਰ੍ਹਾਂ ਦਾ ਮਤਲਬ ਬੱਚਾ ਨਸ਼ਾ ਕਰਦਾ ਜਾਂ ਆਹ ਕਰਦਾ, ਤੇ ਮਨ ਤੇ ਅਸੀਂ ਗੱਲ ਆਈ ਨਹੀਂ ਸੀਗੀ। ਤੇ ਹੁਣ ਵਧੀਆ ਠੀਕ ਆ, ਬਹੁਤ ਮਨ ਖੁਸ਼ ਹੁੰਦਾ ਜੀ, ਵਧੀਆ ਉਹਦਾ ਕਰਦਾ। ਤੇ ਲੋਕਾਂ ਨੇ ਵਿਆਹ ਦੇ ਵਿੱਚ ਵੀ ਮਤਲਬ ਜਾਣਾ, ਉੱਥੇ ਹੀ ਮਤਲਬ ਦੁੱਖ ਮੰਨਣਾ ਇਹ ਗੱਲ, ਤੇ ਇਹਦੇ ਵਿੱਚ ਹੁਣ ਵਧੀਆ ਠੀਕ ਆ ਜਾਣੀ, ਸਰੀਰ ਪੱਖੋਂ ਸਾਰਾ ਕੁਝ ਠੀਕ ਠਾਕ ਵਧੀਆ। ਕਿਉਂਕਿ ਅੰਕਲ ਹੁਣ ਇਹ ਜਿਹੜੀ ਸਮੱਸਿਆ ਹੈ ਨਾ, ਇਹ ਬਹੁਤ ਜਕੜ ਲਿਆ ਇਹਨੇ ਲੋਕਾਂ ਨੂੰ। ਕਈਆਂ ਦੇ ਘਰ ਪੱਟੇ ਗਏ, ਅਸੀਂ ਆਪ ਦੇਖਿਆ, ਅਸੀਂ ਆਪ ਵੀ ਇਹ ਚੀਜ਼ਾਂ ਦੇਖੀਆਂ ਨੇ ਕਿ ਕਈਆਂ ਦੇ ਘਰਾਂ ਦੇ ਘਰ ਬਰਬਾਦ ਹੋ ਗਏ ਹੈ ਨਾ। ਤਾਂ ਤੁਸੀਂ ਇਹ ਚੀਜ਼ ਹੰਡਾਈ ਆ, ਤੁਸੀਂ ਬਿਲਕੁਲ ਨੇੜਿਓਂ ਦੀ ਮੁੜ ਕੇ ਆਏ ਹੋ ਉਹ ਚੀਜ਼ ਦੇ। ਅਸੀਂ ਨੇੜਿਓਂ ਮੁੜ ਕੇ ਆਏ ਜੀ। ਲੋਕ ਬਹੁਤ ਕੁਝ ਦੱਸਦੇ ਵੀ ਇਸ ਤਰ੍ਹਾਂ ਕਰਦਾ, ਫਿਰ ਇਹ ਮਨ ਤੇ ਸੱਟ ਤਾਂ ਲੱਗਦੀ, ਪਰ ਮਨ ਘਾਬਰਦਾ ਨਹੀਂ ਸੀਗਾ ਵੀ ਕੋਈ ਗੱਲ ਨਹੀਂ, ਵੀ ਠੀਕ ਹੋ ਜਾਏਗਾ ਚੰਗੀ ਤਰ੍ਹਾਂ, ਹੌਲੀ ਹੌਲੀ। ਸਮਾਂ ਹਰ ਇੱਕ ਤੇ ਆਉਂਦਾ, ਇਹ ਮਾੜਾ ਮੋਟਾ ਸਮਾਂ ਆ ਗਿਆ, ਨਿਕਲ ਗਿਆ, ਚਲਿਆ ਗਿਆ। ਤੇ ਹਨੇਰੀ ਬੁੱਲੇ ਆਏ ਬਥੇਰੇ, ਬਹੁਤ ਕੁਝ ਹੋਇਆ, ਪਰ ਨਿਕਲ ਗਿਆ, ਚਲਿਆ ਗਿਆ। ਵਧੀਆ ਦਿਨ ਆ ਗਿਆ ਜੀ, ਅੱਜ ਸਮਾਂ ਠੀਕ ਆ ਅੱਜ। ਸੋ ਇਸ ਸੁੱਖ ਹੋਰਾਂ ਦੇ ਪਰਿਵਾਰ ਦੇ ਨਾਲ ਗੱਲਬਾਤ ਕੀਤੀ। ਅੱਛਾ ਅੰਕਲ, ਇੱਕ ਚੀਜ਼ ਇਹ ਵੀ ਦੱਸੋ ਕਿ ਜਿਹੜੇ ਕਈ ਐਸੇ ਲੋਕ ਨੇ ਜਿਹੜੇ ਸਾਨੂੰ ਦੇਖਦੇ ਹੋਣਗੇ, ਜਿਨ੍ਹਾਂ ਦੇ ਘਰਾਂ ਦੇ ਵਿੱਚ ਇਹ ਸਮੱਸਿਆ ਹੋਊਗੀ, ਜਿਹੜੇ ਹੁਣ ਵੀ ਇਸ ਚੀਜ਼ ਦੇ ਨਾਲ ਦੋ ਚਾਰ ਹੋ ਰਹੇ ਹੋਣਗੇ, ਪੁੱਤ ਪੈਸੇ ਮੰਗਦਾ ਹੋਊਗਾ, ਨਸ਼ਾ ਕਰਨ ਲਈ ਲੜਦਾ ਹੋਊਗਾ, ਤੁਸੀਂ ਤਾਂ ਇਹ ਚੀਜ਼ਾਂ ਆਪਣੇ ਪਿੰਡੇ ਹਟਾਈਆਂ ਨੇ, ਅਸੀਂ ਸ਼ਾਇਦ ਨਹੀਂ ਉਹ ਚੀਜ਼ਾਂ ਦੱਸ ਸਕਦੇ ਜੋ ਤੁਸੀਂ ਦੱਸ ਸਕਦੇ ਹੋ, ਪ੍ਰੈਕਟੀਕਲ ਤੁਸੀਂ ਉਹ ਚੀਜ਼ਾਂ ਦੇ ਵਿੱਚੋਂ ਗੁਜ਼ਰੇ ਹੋ। ਉਹਨਾਂ ਨੂੰ ਕੀ ਕਹੋਗੇ, ਕਿਵੇਂ ਬੱਚਿਆਂ ਦੇ ਨਾਲ ਟੈਕਲ ਕੀਤਾ ਜਾਵੇ, ਕਿਵੇਂ ਬੱਚੇ ਨੂੰ ਵਾਪਸ ਉਹਨਾਂ ਚੀਜ਼ਾਂ ਚੋਂ ਕੱਢਣ ਦੇ ਲਈ ਕੀ ਕਰਨ ਉਹ ਲੋਕ? ਬੱਚਿਆਂ ਨੂੰ ਇਹ ਆ ਜੀ, ਮਤਲਬ ਵੀ ਜੇ ਪੈਸੇ ਮੰਗਦਾ ਉਹ ਹੌਲੀ ਹੌਲੀ ਹਿਸਾਬ ਤੇ ਲੈ ਕੇ ਆਉਣ, ਜਿਵੇਂ 100 ਰੁਪਇਆ ਲੈ ਲਓ, 50 ਰੁਪਏ ਤੇ, ਜਾਂ ਉਹਨੂੰ ਸਮਝਾਉਣ ਬੱਚੇ ਨੂੰ ਬਿਠਾ ਕੇ, ਤੇ ਜਾਂ ਉਹਨੂੰ ਚੰਗੀਆਂ ਚੀਜ਼ਾਂ ਵਧੀਆ ਖਵਾਉਣ, ਆਪਦੇ ਵਿੱਚ ਪਿਆਰ ਕਰਨ, ਸਤਿਕਾਰ ਕਰਨ, ਉਹਦਾ ਘਿਓ ਘੂ ਦੇਣ, ਮਤਲਬ ਜਾਂ ਕੋਈ ਫਲ, ਜਾਂ ਉਹਨੂੰ ਸੈਰ ਲੈ ਕੇ ਜਾਣ, ਹਾਸਾ ਤਮਾਸ਼ਾ ਕਰਨ। ਹੌਲੀ ਹੌਲੀ ਵਿਚਰਦਾ ਉਹ ਹੌਲੀ ਘਟ ਜਾਂਦਾ ਜੀ ਉਹ। ਅੱਛਾ ਅੰਕਲ, ਇੱਕ ਇਹ ਵੀ ਚੀਜ਼ ਆ, ਉਦੋਂ ਤਾਂ ਚਲੋ ਨਸ਼ੇ 'ਚ ਪੈਸੇ ਜਾਂਦੇ ਸੀ, ਤਾਂ ਹੁਣ ਵੀ ਜਿਹੜੀਆਂ ਚੀਜ਼ਾਂ ਸੁੱਖ ਖਾਂਦਾ ਮਹਿੰਗੀਆਂ ਤਾਂ ਉਹ ਵੀ ਨੇ, ਪਰ ਉਹ ਖੁਰਾਕ ਆ ਵਧੀਆ ਹੈ ਨਾ, ਹੈ ਪ੍ਰੋਟੀਨ ਆ ਜਾਂ ਹੋਰ ਜਿਹੜੀਆਂ ਫਲ ਫਰੂਟ ਨੇ ਵਧੀਆ। ਕਹਿੰਦਾ 2-3-4 ਸਾਲ ਦੇ ਵਿੱਚ 4-5 ਲੱਖ ਰੁਪਏ ਲੱਗ ਗਿਆ ਹੋਣਾ ਖੁਰਾਕ ਤੇ। ਹਾਂਜੀ, ਹੁਣ ਇਹ ਮਹਿੰਗੀਆਂ ਦੁਖਦੀਆਂ ਨਹੀਂ ਹੈਗੀਆਂ। ਹੁਣ ਇਹ ਦੁਖਦੀ ਨਹੀਂ ਚੀਜ਼, ਜਿਹੜੀ ਉਹ ਸੀ ਉਹ ਬੇਕਾਰ ਜਾਂਦੀ। ਹੁਣ ਇਹਦੀ ਜਿਹੜੀ ਚੀਜ਼ ਆ ਨਸ਼ੇ ਮਤਲਬ ਸਰੀਰ ਦੇ ਉੱਤੇ ਲੱਗਦੀ ਆ, ਉਹ ਅਸੀਂ ਵੀ ਖਾ ਲੈਂਦੇ, ਉਹਦੇ ਵਿੱਚੋਂ ਕੁਝ ਟੁਕੜਾ ਮਤਲਬ, ਤੇ ਸਾਡੀ ਵੀ ਸਿਹਤ ਦਾ ਕੁਛ ਅਸਰ ਪੈਂਦਾ ਇਹਦੇ ਵਿੱਚ, ਤੇ ਇਸ ਤਰ੍ਹਾਂ ਠੀਕ ਹੋ ਜਾਂਦਾ ਜੀ। ਇਹ ਦੁਖਦੇ ਨਹੀਂ ਰੁਪਈਏ ਜਿੰਨੇ ਮਰਜ਼ੀ ਲੱਗ ਜਾਣ। ਜਿਹੜਾ ਉਹ ਨਸ਼ਾ ਉਹ ਬੇਕਾਰ ਜਾਂਦੇ ਸੀ ਰੁਪਈਏ ਜੀ, ਕਿਸੇ ਨੇ ਖਾਣੇ ਜਾਂ ਨਾ ਖਾਣੇ, ਖਬਰਾਂ ਕੌਣ ਖਾਂਦਾ ਸੀ, ਤੇ ਇਸ ਤਰ੍ਹਾਂ ਇਹ ਗੱਲ ਹੋ ਜਾਂਦੀ। ਸੋ ਬਿਲਕੁਲ ਇਹ ਬਹੁਤ ਮੋਟੀਵੇਟ ਕਰੂਗੀ ਤੁਹਾਨੂੰ ਇਹ ਜਿਹੜੀ ਇਹ ਕਹਾਣੀ ਹੈ, ਸੁੱਖ ਜੌਹਲ ਦੀ ਜਿਹੜੀ ਇਹ ਕਹਾਣੀ ਹੈ। ਬਿਲਕੁਲ ਜਿਵੇਂ ਤੁਸੀਂ ਕਹਿ ਲਓ ਕਿ ਇੱਕ ਪੱਖ ਇਹ ਸੀ ਤਾਂ ਇੱਕ ਦੂਜਾ ਸਿਰਾ ਇਹ ਸੀ ਕਿ ਅੱਜ ਸੁੱਖ ਜੌਹਲ ਇਸ ਲੈਵਲ ਦੇ ਉੱਤੇ ਹੈ। ਸੋ ਪਰਿਵਾਰ ਦੇ ਨਾਲ ਵੀ ਗੱਲਬਾਤ ਕੀਤੀ ਹੈ। ਇਸ ਤਰ੍ਹਾਂ ਦੀਆਂ ਚੀਜ਼ਾਂ ਜ਼ਰੂਰ ਇੱਕ ਦੂਜੇ ਨਾਲ ਸਾਂਝੀਆਂ ਕਰੋ, ਬਹੁਤ ਮੋਟੀਵੇਟ ਕਰਨਗੀਆਂ। ਸੋ ਸੁੱਖ, ਇੱਕ ਵਾਰ ਇੱਕ ਚੀਜ਼ ਸਾਡੀ ਰਹਿ ਗਈ ਸੀ ਤਾਂ ਉਹ ਤੁਹਾਨੂੰ ਮੈਂ ਜ਼ਰੂਰ ਦਿਖਾਣੀ ਚਾਹੂੰਗਾ, ਕਿਉਂਕਿ ਜਿੱਥੇ ਸੁੱਖ ਨੇ ਸਾਨੂੰ ਪ੍ਰੈਕਟਿਸ ਕਰਕੇ ਦਿਖਾਈ ਹੈ, ਤਾਂ ਉੱਥੇ ਜਿਹੜਾ ਪੋਲ ਸੀਗਾ ਥੋੜਾ ਮੋਟਾ ਸੀ, ਤਾਂ ਨਹੀਂ ਗ੍ਰਿਪ ਬਣਦੀ ਸੀ। ਤਾਂ ਇੱਕ ਇਹ ਚੀਜ਼ ਹੈ, ਸੁੱਖ ਹਿਊਮਨ ਫਲੈਗ ਵੀ ਬਣਦਾ। ਤਾਂ ਤੁਸੀਂ ਦੇਖੋ ਇਹ ਬਹੁਤ ਖਾਸ ਚੀਜ਼ ਆ। ਤੁਸੀਂ ਦੇਖੋ ਇਹ ਆਮ ਤੌਰ ਤੇ ਤੁਸੀਂ ਘੱਟ ਦੇਖੀ ਹੋਵੇਗੀ। ਸੋ ਹਿਊਮਨ ਫਲੈਗ ਬਣ ਰਿਹਾ ਜੀ ਸੁੱਖ, ਤੁਸੀਂ ਦੇਖ ਲਓ। ਸੋ ਇਹ ਹੈ ਜੀ, ਦੇਖੋ ਤੁਸੀਂ, ਬਹੁਤ ਵਧੀਆ ਚੀਜ਼ ਆ। ਦਰਵਾਜ਼ਾ ਜੇ ਬਿਲਕੁਲ ਆਹ ਤੁਸੀਂ ਦੇਖੋ, ਇਹ ਦੇਖੋ ਜੀ, ਇੱਕ ਵਾਰ ਦੁਬਾਰਾ ਜੇ ਸੁੱਖ ਦਿਖਾਵੇਂ ਤਾਂ ਇਹ ਦੇਖੋ ਜੀ ਹਿਊਮਨ ਫਲੈਗ, ਆਹ ਤੁਸੀਂ ਦੇਖੋ ਹਿਊਮਨ ਫਲੈਗ ਬਣ ਰਿਹਾ। ਇਹੀ ਵੱਡੀ ਗੱਲ ਆ। ਵੱਡੀ ਗੱਲ ਤਾਂ ਇਹ ਵੀ ਆ ਕਿ ਇਹ ਚੀਜ਼ ਕਰ ਲੈਂਦਾ, ਪਰ ਜਿਹੜੇ ਦੌਰ ਦੇ ਵਿੱਚੋਂ ਬਾਈ ਨਿਕਲ ਕੇ ਆਇਆ, ਤਾਂ ਇਹ ਬਹੁਤ ਵਧੀਆ ਲੱਗਿਆ। ਮੈਨੂੰ ਲੱਗਦਾ ਕਿ ਤੁਸੀਂ ਵੀ ਇਹ ਜਦੋਂ ਸਟੋਰੀ ਦੇਖੋਗੇ ਤਾਂ ਤੁਹਾਨੂੰ ਬਹੁਤ ਮੋਟੀਵੇਟ ਕਰੂਗੀ। ਬਰਨਾਲੇ ਤੋਂ ਕੈਮਰਾ ਪਰਸਨ ਵਿੱਕੀ ਦੇ ਨਾਲ ਗਗਨ ਬੇਦੀ, ਡੇਲੀ ਪੋਸਟ ਪੰਜਾਬੀ। ਧੰਨਵਾਦ।
ਜ਼ਿੰਦਗੀ ਜਿਉਣ ਦੇ ਤਰੀਕੇ ਬੜੇ ਨੇ, ਇੱਕੋ ਜ਼ਿੱਦ ਪਿੱਛੇ ਨਹੀਂ